ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ
करी तपस्या, भारी करी तपस्या, बड़े भाग हर स्यों बन आई, बड़े भाग हर स्यों बन आई, बड़े भाग हर स्यों बन आई, बड़े भाग हर स्यों बन आई। बाबा पैदा सचखंड, बाबा पैदा सचखंड, बाबा पैदा सचखंड, बाबा पैदा सचखंड। नित नाम गरीबी पाई, नौ नित नाम गरीबी पाई, नौ नित नाम गरीबी पाई, नौ नित नाम गरीबी पाई। गुरु नानक साहब महाराज भाई साहब ने भारी करी तपस्या, ਜਿਹਦਾ ਤਾਪ ਕਰਦੇ ਨਾ ਸੇਵਾ ਸੰਬੰਧ, ਇਹ ਉਹ ਵਿਚੋਲਾ ਏ ਜਿਹੜਾ ਗੁਰੂ ਤੇ ਸਿੱਖ ਦਾ ਰਿਸ਼ਤਾ ਜੋੜਦਾ। ਵਿਚੋਲਾ ਚਾਹੀਦਾ ਮਹਾਰਾਜ ਕਹਿੰਦੇ ਭਾਰੀ ਕਰੀ ਤਪੱਸਿਆ, ਜਿੰਨੇ ਰੱਬ ਦੇ ਨਾਲ ਲਾਵਾਂ ਲੈਣੀਆਂ ਉਹ ਤਪੱਸਿਆ ਕਰਨੀ। ਤਪੱਸਿਆ ਵੀ ਇੱਦਾਂ ਦੀ ਸਾਧੂਆਂ ਦਾ ਬੈਠ ਬੈਠ ਕੇ ਨਾ ਗਿੱਟੇ ਨੰਗੇ ਹੋ ਜਾਂਦੇ, ਮਾਸ ਖਤਮ ਹੋ ਜਾਂਦਾ, ਰੀੜ ਦੀ ਹੱਡੀ ਨਜ਼ਰ ਆਉਣ ਲੱਗ ਪੈਂਦੀ, ਜਿਹੜੇ ਜਿਗਿਆਸੂ ਆ ਪਿੰਜਰ ਦਿਸਣ ਲੱਗ ਪੈਂਦਾ। ਬਾਬੇ ਫਰੀਦ ਸਾਹਿਬ ਨੇ ਦੱਸਿਆ ਤੇ ਹੈ, ਉਹ ਕਹਿੰਦੇ ਕਾਗਾ ਚੂੰਡ ਨਾ ਪਿੰਜਰਾ, ਇੰਨੀ ਬਾਤ ਕੀਤੀ ਪਿੰਜਰ ਹੋ ਗਿਆ। ਕਹਿੰਦੇ ਮੇਰਾ ਪਿੰਜਰਾ ਚੂੰਡ ਨਾ ਵਸੈ ਤਾਂ ਉੱਤਰ ਜਾਏ, ਜਿਤ ਪਿੰਜਰੇ ਮੇਰਾ ਸ਼ੌ ਵਸੈ ਮਾਸ ਨਾ ਜੇ ਤੂੰ ਖਾਏ। ਕਹਿੰਦੇ ਬਾਕੀ ਮਾਸ ਖਾਲਾ, ਮੇਰੀ ਦਿਲ ਵਾਲੀ ਜਗ੍ਹਾ ਤੇ ਗੋਗਾ ਨਾ ਮਾਰੀ। ਕਾਗ ਕਹਿੰਦਾ ਉੱਥੇ ਕੀ ਰੱਖਿਆ? ਬਾਬਾ ਫਰੀਦ ਸਾਹਿਬ ਕਹਿੰਦੇ ਉੱਥੇ ਮੇਰਾ ਖੁਦਾ ਰਹਿੰਦਾ। ਹੁਣ ਅੱਜ ਕੀ ਹੋਇਆ, ਦਿਲ ਵਾਲੀ ਜਗ੍ਹਾ ਤੇ ਤਾਂ ਕੋਈ ਹੋਰ ਬੈਠਾ। ਮੈਂ ਕਿਸੇ ਨੂੰ ਕਹਿੰਦੇ ਗੁਰਦੁਆਰੇ ਜਾਣਾ, ਕਹਿੰਦਾ ਮੇਰਾ ਦਿਲ ਨਹੀਂ ਕਰਦਾ। ਇਹਦੇ ਕਹਿੰਦੇ ਨਾ, ਇਹਦੇ ਮੂਲ ਮੰਤਰ ਪੜ੍ਹੀਏ, ਕਹਿੰਦੇ ਬਾਬਾ ਜੀ ਦਿਲ ਨਹੀਂ ਕਰਦਾ। ਜਿੰਨਾ ਕਥਾ ਸੁਣੀਏ ਮੇਰਾ ਦਿਲ ਨਹੀਂ ਕਰਦਾ। ਤੇ ਤੇਰਾ ਦਿਲ ਕਰਦਾ ਕਿਹੜੀ ਚੀਜ਼ ਨੂੰ ਆ? ਇਹਦਾ ਮੇਰਾ ਜੀ ਕਰਦਾ ਵੀ ਪਾਪ 'ਚ ਚਲੀ ਗਈ, ਕਲਾਪ 'ਚ ਚਲੀ ਗਈ। ਉਧਰ ਦੂਜੇ ਪਾਸੇ ਕਹਿੰਦੀ ਕਿਉਂਕਿ ਸਾਡੇ ਦਿਲ ਦੇ ਵਿੱਚ ਵਿਕਾਰ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਾਕਾ ਰੰਗ ਢੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਸ਼ੋਭਾ। ਦੋ ਚੀਜ਼ਾਂ ਹੁੰਦੀਆਂ ਬਾਬੇ ਫਰੀਦ, ਇੱਕ ਅੱਖਾਂ ਇੱਕ ਦਿਲ। ਦੋਵਾਂ ਦੇ ਸਹਾਰੇ ਬੰਦਾ ਫਿਰਦਾ, ਕਿਉਂਕਿ ਅੱਖਾਂ ਜਿਹਨੂੰ ਵੇਖਦੀਆਂ ਦਿਲ ਉੱਤੇ ਉਹ ਆ ਜਾਂਦਾ। ਮੰਨ ਲਓ ਅੱਖਾਂ ਨੇ ਕੋਈ ਗੱਡੀ ਵੇਖੀ, ਦਿਲ ਆ ਗਿਆ ਕਿੰਨਾ ਉਠਾਵੇਂ ਕਰਦਾ ਜਿੱਦਾਂ ਲੈਣੀ। ਅੱਖਾਂ ਨੇ ਕੋਈ ਕੱਪੜਾ ਦੇਖਿਆ, ਸੂਟ ਦੇਖਿਆ, ਮੈਂ ਭੈਣਾਂ ਬੈਠੀਆਂ ਵੀ, ਦਿਲ ਆ ਗਿਆ ਤੇ ਫਿਰ ਉਹ ਕਹਿੰਦੇ ਭਾਈ ਲਿਜਾਣਾ ਜ਼ਰੂਰ ਹੈ, ਹਿਸਾਬ ਕਿਤਾਬ ਸਹੀ ਲਾਣਾ। ਉਹ 1800 ਕਰਕੇ ਜਾਂਦੇ 1500 ਲੈ ਹੀ ਲੈ। ਇਹਦਾ ਮਤਲਬ ਬਾਬੇ ਫਰੀਦ ਨੇ ਦੋ ਬਾੜ ਬਣੇ, ਅੱਖਾਂ ਤੇ ਇੱਕ ਦਿਲ। ਹੁਣ ਸਾਡੀਆਂ ਅੱਖਾਂ ਗੁਰੂ ਗ੍ਰੰਥ ਸਾਹਿਬ ਨੂੰ ਵੇਖਦੀਆਂ, ਪਰ ਪਸੰਦ ਉਦੋਂ ਨਹੀਂ ਨਾ ਕਰਦੀਆਂ। ਸਾਡੀਆਂ ਅੱਖਾਂ ਕੀਰਤਨ ਵੇਖਦੀਆਂ, ਕਥਾ ਵੇਖਦੀਆਂ, ਪਰ ਇੱਥੇ ਦਿਲ ਨਹੀਂ ਹੁੰਦਾ। ਬਸ ਮੱਥਾ ਟੇਕ ਕੇ ਪ੍ਰਸ਼ਾਦ ਲਿਆ, ਲੰਗਰ ਪਾਣੀ ਛਕਿਆ, ਚੱਲ ਕਰ। ਤੇ ਬਾਬਾ ਫਰੀਦ ਸਾਹਿਬ ਕਹਿੰਦਾ ਇਹਦੀਆਂ ਅੱਖਾਂ ਜਿਹੜੀ ਚੀਜ਼ ਨੂੰ ਵੇਖਦੀਆਂ ਉੱਤੇ ਦਿਲ ਆ ਜਾਂਦਾ ਹੈ। ਕਿਸੇ ਦਾ ਕੋਠੀ ਵੇਖੀ ਕਹਿੰਦਾ ਆਪਾਂ ਵੀ ਇੱਦਾਂ ਦੀ ਆਉਣੀ। ਕਿਸੇ ਨੇ ਸੋਨੇ ਦਾ ਕੜਾ ਪਾਇਆ ਵੇਖ ਲਿਆ, ਕਹਿੰਦਾ ਆਪਾਂ ਵੀ। ਕਿਸੇ ਨੇ ਚਾਂਦੀ ਦਾ ਪਾਇਆ ਉੱਤੇ ਨਾਮ ਲਿਖਾਇਆ, ਤੀਜੇ ਦਿਨ ਜਾ ਕੇ ਬਣਾ ਲਿਆ। ਬਾਬਾ ਫਰੀਦ ਸਾਹਿਬ ਕਹਿੰਦੇ ਦੋ ਚੀਜ਼ਾਂ ਮੇਨ, ਇੱਕ ਅੱਖਾਂ ਤੇ ਦਿਲ। ਤੇ ਸ਼ਲੋਕਾਂ 'ਚ ਦੋਵੇਂ ਚੀਜ਼ਾਂ ਮੰਗੀਆਂ। ਪਹਿਲੇ 'ਚ ਕਹਿੰਦੇ ਕਾਗਾ ਚੂੰਡ ਨਾ ਪਿੰਜਰਾ,
वसै तंत्र जाहे जित पिंजरा में रशौ वसै वासना तिदों खाहे। इन्नी जगह छड़ दे दिल वाल क्योंकि दिलों मुहब्बत जिन सेई सच्चिया। अज 100 ਦੇ ਵਿੱਚੋਂ 15% ਉਹ ਸੰਗਤਾਂ ਨੇ ਜਿਨ੍ਹਾਂ ਦਾ ਗੁਰੂ ਸਾਹਿਬ ਨਾਲ ਦਿਲੋਂ ਹੈ। ਇਹ ਤੇ ਫਾਰਮੈਲਿਟੀ ਹੈ। ਜੇ ਤੇ ਬਾਬੇ ਨੇ ਕੰਮ ਕਰਤਾ ਫਿਰ ਮਾਲਾ ਲੈ ਖੰਡ ਪਾਠ ਹੋ ਜੂਗਾ ਜੀ ਨਾਮ ਕੀਤਾ ਕਿ ਬਾਬੇ ਨੇ ਸਾਡਾ ਕਿਹੜਾ ਕੀ ਜਾਣਾ ਸਾਨੂੰ ਕਿਹੜਾ ਰੱਬ ਨੇ ਆ ਦਿੱਤਾ ਸੱਤ ਬੜੀ ਹੈ ਨਾ। तो बाबा अमरीक साहब कहते मेरे इत्थे वस गया खुदा एक ते इन्नी जगह तो न खाई ते एक मेरी अखां ना छेड़ी काद कौन है बकार वो कहते भी दिल क्यों ना खावा कहते इत्थे हो रहिंदा है कि कहते अखां क्यों ना छेड़ा कहते इन्हां ने वेखना है। हुण साडे दिल दे विच की है दुई ते अखां साडीआं 18 घंटे मोबाइल च गंद वेखदियां 15 मिनट लगते जपजी साहब ਨੂੰ ਹੱਥ ਖੜੇ ਕਰਿਓ ਜਿਹੜੇ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਆਖੋ ਸਤਨਾਮ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। 20 ਮਿੰਟਾਂ ਵਿੱਚ ਜਪਜੀ ਸਾਹਿਬ ਇਦਾਂ ਜੇ ਅੱਖਾਂ ਨਾਲ ਕੱਲਾ ਪੜੋਗੇ ਦੋ ਚੀਜ਼ਾਂ ਨਾਲ ਬੰਦਾ ਪੜਦਾ ਇੱਕ ਅੱਖਾਂ ਨਾਲ ਇੱਕ ਮੂੰਹ ਨਾਲ। ਜੇ ਮੂੰਹ ਨਾਲ ਪੜੋਗੇ ਤਾਂ 20 ਮਿੰਟ ਲੱਗਣਗੇ ਜੇ ਕੱਲਾ ਅੱਖਾਂ ਨਾਲ ਪੜੋਗੇ ਤਾਂ 10 ਮਿੰਟ ਲੱਗਣਗੇ। वो चीज़ा ना कि सिंह उदा सिंह इदा करते उन्होंने अंदर चल गए तो इस करके गुरु महाराज जी बख्शी है दया है ते मारे मैं अखां इन्नियां सोहणियां दित्तियां सी भी किते मैनूं वेखी ते बाणी च लिखिया भी अखी वेख न रची बहु रंग तमाशे। 80 साल दा हो गया इधर कोई दलाजा दीदा पुत कहना बापू तै की करना वेख के जे मैं फिल्म वेखनी वो फिर लैके गया जलंधर भाजे उतों अखां बना के लिया बापू ने 1.5-2 लाख ला के वधिया काली अंक ला के फिर बापू ने अख चलाई कहना हुण पूरा दीदा महाराज कहते 70 साल हो गए दोहरे डेले बना ले ते गुरु नूं अजे भी नहीं वेंदा अजे भी पुठे कमां नूं वेंदा ही करके हमारे सच्चे पातशाह जी के फरीद साहब के दोस्त लोग बड़े प्यारे आए हैं। एक उन्होंने अखां मंगियां रब तो एक दिल च जगह होंगी अज साडे को दोवें नहीं है साडे दिल च मारे लिए है कुछ असीं मासी को 2 घंटे ताई को 3 रातां नानी को गुरु ग्रंथ साहब को मत्था टेक के भाजे मैं गलत नहीं कहता मैं यत्न करता रही ना भी इन्ना कर कुछ के तुहानूं बिठाईए तुसीं घरे भी खंड पाठ चलदा अंदर नहीं बेंदे मैनूं पता बाबा गल्लां ही करदा भज के बाहर ਨੂੰ ਜਾਈਦਾ ਮੱਥਾ ਟੇਕ ਇਹਦਾ ਮਤਲਬ ਹੈ ਸਾਡਾ ਦਿਲ ਨਹੀਂ ਕਰਦਾ ਮਾਰੇ ਕੋ ਗਏ ਸਾਡਾ ਦਿਲ ਕਿਤੇ ਹੋਰ ਹੈ। ਇਹ ਬਾਬੇ ਫਰੀਦ ਨੇ 2 ਚੀਜ਼ਾਂ ਮੰਗੀਆਂ ਇੱਕ ਦਿਲ ਤੇ ਦੂਜੀਆਂ ਅੱਖਾਂ ਇਹਨਾਂ ਦੋਵਾਂ ਨੂੰ ਸੈੱਟ ਕਰ ਲਓ ਤੇ ਫਿਰ ਖੁਦਾ ਹਾਜ਼ਰ ਹੋ ਜਾਏਗਾ। ਆਓ ਚੱਲੀਏ ਬਾਬਾ ਨਾਨਕ ਸੁਲਤਾਨਪੁਰ ਮੜੀਆਂ ਤੇ ਬੈਠੇ ਆ ਉੱਥੇ ਮਹਾਰਾਜ ਦੇ ਸਹੁਰਾ ਸਾਹਿਬ ਜੀ ਗਏ ਨੇ नाल पंडित जी गए ने हमारे सच्चे पातशाह जी अगों पंडित ने आख्या कि नानक तेन की होया तू एडा सियाना होके अपने मां प्यो नूं अपने सस सहुरे नूं दुख देना एडा सोहना सुनखा पढ़िया लिखिया कारोबार छड्ड के बड़ियां च बह गया ये चंगी गल नहीं। उस वेले बसंत राग दे विच महाराज जी ने शब्द उच्चारण कीता सतनाम वाहिगुरु साहिब जी दोहरा सुन पंडित के बैन एव श्री नानक जग कंत। दुनिया का मालिक मेरा बाबा नानक पंडित दे बोल सुन ले महाराज साहब जी मुस्कुराए हन उचरियो शब्द बसंत में उती सूर्य तू बसंत। महाराज सच्चे पातशाह जी कहते उस वेले इतना लगता है बसंत रुत चल रही हो जिदा होना सारे दरख्त पत्ते नवे आ रहे एहो ही समा होगा उदा बसंत तो वैसे हम थोड़े दिन हो गए संपूर्ण हो चुकी है गर्मी रंग हो गई 6 रुतां है हमारे जपजी साहब कहते सूरज एको रुत अनेक नानक करते के कीते वेश। जपजी साहब जी मिलो हमारे कहते बलिहारे जाइए रब्बा सूरज एको ही
ਤੇ ਉਹ ਵੀ ਦਿਨ ਆਉਣੇ ਆ ਜਦੋਂ ਰਜਾਈਆਂ ਦੇ ਵਿੱਚ ਵੀ ਠੰਡ ਲੱਗਦੀ, ਤੇ ਹੁਣ ਉਹ ਵੀ ਦਿਨ ਆਉਣੇ ਵੀ ਏਸੀ ਵਿੱਚ ਬੈਠਿਆ ਪਸੀਨਾ ਚੋਈ ਜਾਣਾ। ਬਾਬਾ ਜਪਜੀ ਸਾਹਿਬ ਜੀ ਕਹਿੰਦਾ ਬਾਵੇ ਸੂਰਜ ਦੇਖੋ ਰੁੱਤ ਅਨੇਕ। ਬਾਕੀ ਸਾਰਾ ਕੁਝ ਉਹੀ ਹੈ, ਕਿਹੜੀ ਗੁਫਾ 'ਚ ਠੰਡ ਭੇਜਦਾ ਤੇ ਫਿਰ ਵਾਪਸੀ ਕਿਧਰ ਨੂੰ ਲੈ ਜਾਂਦਾ, ਹੁਣ ਗਰਮੀ ਭੇਜਦੀ। ਮਹਾਰਾਜ ਦੀ ਖੇਡ ਹੈ ਨਾ। ਸੂਰਜ ਦੇਖੋ ਰੁੱਤ ਅਨੇਕ ਨਾਨਕ ਕਰਦੇ ਕੇ ਕੀਤੇ ਵੇਸ। ਬਾਣੀ ਨੂੰ ਜਦੋਂ ਪਿਆਰ ਨਾਲ ਪੜਾਂਗੇ ਨਾ, ਭੇਜ ਭੇਜ ਕੇ ਇੱਕ ਇੱਕ ਭਗਤੀ ਨਿਹਾਲ ਕਰੀ ਜਾਂਦੀ ਹੈ, ਕਿਉਂਕਿ ਬਾਣੀ ਦਾ ਮਤਲਬ ਗੁਰੂ ਦੇ ਕੋਲ ਸਾਰੀ ਬਾਣੀ ਗਹਿਰਾਈ ਦੇ ਵਿੱਚ ਬ੍ਰਹਮ ਗਿਆਨ ਹੈ। ਇਹਨੂੰ ਤਾਂ ਮਾਰੇ ਨੇ ਰੋਜ਼ ਆਖਿਆ ਨਿਤਨੇਮ ਕਰਨ ਨੂੰ ਵੀ ਕਿਤੇ ਟੁੱਟ ਨਾ ਜਾਏ। ਕਈ ਸਿੰਘ ਕਹਿੰਦੇ ਲੈ ਜੀ ਪੰਜੀ ਸੱਤੀ ਦਿਨ ਪੜ੍ਹਨੀ, ਰੋਜ਼ ਹੀ ਪੜ੍ਹੀ ਜਾਣਾ। ਮਾਰੇ ਕਹਿੰਦੇ ਪਾਣੀ ਰੋਜ਼ ਪੀਂਦਾ, ਰੋਟੀ ਰੋਜ਼ ਖਾਂਦਾ, ਕੱਪੜੇ ਰੋਜ਼ ਬਦਲਦਾ, ਸਿਰ ਰੋਜ਼ ਪਾਉਂਦਾ ਏ, ਇਹ ਬਾਣੀ ਵੀ ਰੋਜ਼ ਪੜ੍ਹਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਸੰਤ ਰੁੱਤ ਵਿੱਚ ਬਸੰਤ ਰਾਗ ਅੰਦਰ ਕਿਰਪਾ ਕਰਦੇ ਹਨ। ਬਸੰਤ ਹਿੰਡੋਲ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਰੇ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਮਾਣ ਕਰਦੇ ਹਨ। ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ। ਮਾਰੇ ਕਹਿੰਦੇ ਨਗਰੀ ਕੱਚੀ ਆ ਤੇ ਜਿਹੜਾ ਇੱਥੇ ਰਾਜ ਕਰਦਾ ਉਹ ਬੱਚਾ ਵਾ। ਨਗਰੀ ਕੀ ਹੈ? ਮਿੱਟੀ ਦਾ ਸਰੀਰ, ਸੰਸਕਾਰ ਹੋ ਕੇ ਇਹਨੇ ਨਿੱਕੇ ਜਿਹੇ ਲਿਫਾਫੇ 'ਚ ਪੈ ਜਾਣਾ। ਇਹ ਕੱਚੀ ਮਿੱਟੀ ਹੈ ਨਾ। ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਵੀ ਆਪਣੇ ਬਾਬੇ ਆਪਣੇ ਦਾਦੇ ਜਿਹੜੇ ਸੀ ਕੱਚਿਆਂ ਘਰਾਂ 'ਚ ਰਹਿੰਦੇ ਸੀ, ਸੁਖੀ ਸੀ, ਕਿਉਂਕਿ ਕੱਚੀ ਮਿੱਟੀ ਨੂੰ ਕੱਚੀ 'ਚ ਰਹਿਣਗੇ। ਹੁਣ ਦੋ ਦਾ ਪੈਪ, ਚਾਰ ਦੇ ਪੈਪ ਤੇ ਕਿੱਦਾਂ ਚੜਾਊਗਾ? ਨਹੀਂ ਨਾ ਚੜਨਾ। ਇਹ ਅੱਜ ਕੀ ਹੋ ਗਿਆ ਵੀ ਸਰੀਰ ਕੱਚੀ ਆ, ਇਹ ਅਸੀਂ ਇਹਨੂੰ ਮਾਰਤਾ ਪੱਕੀ ਐਨ ਚਾਰੇ ਪਾਸੇ ਪੱਕਾ ਹੀ ਕਰਦਾ ਥਾਂ ਤੇ ਉਹ ਤੰਗ ਹੋ ਗਿਆ ਨਾ ਕੋਈ ਸਤਨਾਮ। ਕਿਉਂਕਿ ਜਿਹੜੀ ਚੀਜ਼ ਕੱਚੇ 'ਚ ਰਹਿਣਾ ਚਾਹੁੰਦੀ ਉਹਨੂੰ ਕੱਚੇ 'ਚ ਰਹਿਣ ਦਿਓ। ਹੁਣ ਆਪਾਂ ਸਾਰੇ ਆ ਗਏ ਪੱਕਿਆਂ 'ਚ ਤੇ ਮੈਨੂੰ ਨਹੀਂ ਲੱਗਦਾ ਕਿਸੇ ਦੇ ਘਰ ਦੇ ਵਿੱਚ ਵੀ ਸੁੱਖ ਹੋਵੇ। ਸਾਰਿਆਂ ਦੀਆਂ ਚੀਜ਼ਾਂ ਨਿਕਲਣਾ ਪਈਆਂ ਨਾਨਕ ਦੁਖੀਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਹਾਰਾਜ ਕਹਿੰਦੇ ਪੰਡਤ ਜੀ ਇਹ ਨਗਰੀ ਕੱਚੀ ਹੈ ਤੇ ਜਿਹੜਾ ਵਿੱਚ ਰਾਜਾ ਮਨ ਹੈ ਇਹ ਬੱਚਿਆਂ ਵਾਂਗੂ ਕਰਦਾ। ਕਿਤੇ ਨੱਚਣ ਲੱਗ ਪੈਂਦਾ, ਕਿਤੇ ਰੋਣ ਲੱਗ ਪੈਂਦਾ, ਕਿਤੇ ਹੱਸਣ ਲੱਗ ਪੈਂਦਾ, ਕਿਤੇ ਭੱਜਣ ਲੱਗ ਪੈਂਦਾ। ਮਨ ਦੀ ਵਸਣਾ ਹੀ ਹੈ। ਜੀ ਗੁਰੂ ਕਰਦੇ ਹੱਸ ਕੇ ਬੁਲਾ ਲੈਂਦੇ, ਕਈ ਜੀ ਗੁਰੂ ਦੇ ਬੋਲਦੇ ਹੀ ਮਨ ਬੱਚਾ ਇਹ ਕਰਦਾ। ਖੁਸ਼ੀ 'ਚ ਆਇਆ ਹੋਵੇ ਸਾਰਿਆਂ ਕੋਈ ਨਾ ਆਇਆ ਹੋਵੇ ਤੇ ਪੈ ਜਾਂਦਾ। ਪਰ ਨੇ ਕਿਹਾ ਮਨ ਬੱਚੇ ਦੀ ਤਰ੍ਹਾਂ ਹੈ। ਤੇ ਵੈਸੇ ਇਹਨੂੰ ਬਾਣੀ ਨੇ ਬਾਂਦਰ ਵੀ ਕਿਹਾ, ਇਹਦੇ ਮੀਂਹ ਪਵੇ, ਗੜੇ ਆ ਗਏ ਤੇ ਬਾਂਦਰ ਬੈਠਾ ਦਰਖਤ ਤੇ, ਉਹਦੇ ਸਿਰ ਤੇ ਗੜੇ ਵੱਜੇ ਤੇ ਲਾਗੇ ਇੱਕ ਬਿਜੜਾ ਬੈਠਾ ਸਿਆਲ ਨੇ। ਕਹਿੰਦਾ ਉਹ ਬਾਂਦਰਾ, ਇਹਨਾਂ ਤੇਰੇ ਬੰਦਿਆਂ ਵਰਗੇ ਹੱਥ ਪੈਰ ਤੇ ਘਰ ਨਹੀਂ ਬਣਾ ਸਕਦਾ। ਇਹਨਾਂ ਮੇਰੇ ਵੇਲਾ ਹੱਥ ਪੈਰ ਹੈ ਨਹੀਂ ਹੈ, ਮੈਂ ਆਪਣੀ ਚੁੰਝ ਦੇ ਨਾਲ ਆਪਣਾ ਘਰ ਬਣਾਇਆ। ਬਾਂਦਰ ਪਤਾ ਕੀ ਕਹਿੰਦਾ? ਕਹਿੰਦਾ ਕੋਈ ਨਹੀਂ ਪੁੱਤਰਾ, ਮੀਂਹ ਹਟ ਲੈਂਦੇ ਨਾ ਆਪਦਾ ਘਰ ਬਣਾਇਆ, ਨਾ ਬਣਾਉਣਾ ਤੇ ਨਾ ਬਣਾਉਂਗਾ। ਤੇਰਾ ਵੀ ਤੀਲਾ ਤੀਲਾ ਨਹੀਂ ਤਾਂ ਮੈਨੂੰ ਬਾਂਦਰ ਕਿਹਨੇ ਕਹਿਣਾ। ਉਹ ਕਈ ਬੰਦੇ ਵੀ ਉਸ ਕੁਆਲਟੀ ਦੇ ਬਾਂਦਰ ਵਾਲੇ ਆਪਦਾ ਘਰ ਤੇ ਵਸਣ ਦੇ ਦੇਣਾ, ਗੁਆਂਢੀ ਦਾ ਵੀ ਰਹਿਣ ਦਿੰਦੀ। ਉਹਨਾਂ ਸਵੇਰੇ ਤੁਰਨਾ ਫਿਰਨਾ, ਸਾਰਾ ਦਿਨ ਵਾਲੇ ਅਗਲੇ ਦੇ ਘਰ ਚਾਹ ਪਾਣੀ ਪੀਣ ਵਾਲੇ ਚਵਾਤੀਆਂ ਸੁੱਟ ਕੇ ਆਉਣੀਆਂ। ਉਹ ਤਾਂ ਮਾਰੇ ਨੇ ਤਾਂ ਕਿਹਾ ਵੀ ਬਾਂਦਰ ਜਿਹੜਾ ਹੈ ਆਪਣਾ ਘਰ ਨਹੀਂ ਬਣਾਉਂਦਾ। ਸਾਰੇ ਜੀਵ ਜੰਤੂ ਆਪਣੀ ਸ਼ੇਰ ਵੀ ਗੁਫਾ ਬਣਾਉਂਦਾ, ਸਾਰੇ ਪੰਛੀ ਥੋੜਾ ਪਿਆਰੇ ਨੇ, ਪਰ ਬਾਂਦਰ ਦਾ ਘਰ ਨਹੀਂ ਹੁੰਦਾ। ਮਨ ਨੂੰ ਬਾਂਦਰ ਆਖਿਆ ਵਾ, ਇਹ ਮਨ ਦਾ ਵੀ ਕੋਈ ਟਿਕਾਣਾ ਨਹੀਂ। ਹੁਣ ਸਰੀਰ ਇੱਥੇ ਬੈਠਾ ਤੇ ਕੀ ਤਾਂ ਕਿੱਥੇ ਫਿਰਦਾ? ਰਾਤ ਨੂੰ ਸਰੀਰ ਨੇ ਸੌ ਜਾਣਾ ਹੈ, ਇਹਨੇ ਸੁਪਨਿਆਂ 'ਚ ਪਤਾ ਨਹੀਂ ਕਿੱਧਰ ਕਿੱਧਰ ਤੁਰੇ ਫਿਰਨਾ। ਇਹਦਾ ਕੋਈ ਟਿਕਾਣਾ ਨਹੀਂ, ਇਹਦਾ ਇੱਕੋ ਹੀ ਟਿਕਾਣਾ ਹੈ ਜਿਹਨੂੰ ਜਪਜੀ ਸਾਹਿਬ ਮਾਰੇ ਕਿਸੇ ਮਨ ਕੀਤਾ ਜਗ ਜੀਤ ਆਦੇਸ ਸਹਿ ਆਦੇਸ ਆਦ ਨੀਰ ਆਦ ਜੁਗ ਏਕੋ ਵੇਸ। ਮਨ ਵਸਾਵੇ ਨਾਨਕਾ ਜੇ ਪੂਰਨ ਕਿਰਪਾ ਕਿਰਪਾ ਹੋਏ। ਇਹਨੂੰ ਟਿਕਾਉਣਾ ਬੜਾ
ਕਰਦੇ ਜਿੱਦਾਂ ਕਹੀਏ ਤਾਂ ਆਪ ਨੂੰ ਕਾਬੂ ਕੀਤਾ। ਇਹ ਮਨ ਨੂੰ ਗੁਰੂ ਦੀ ਬਾਣੀ ਹੈ, ਬੰਨ ਕੇ ਰੱਖ ਲੈ ਤੇ ਰੱਖ ਲੈ, ਬਾਕੀ ਇਹ ਕਿਸੇ ਤੋਂ ਨਹੀਂ ਬਚਦਾ। ਇਹਦੀ ਸਪੀਡ ਬੜੀ ਤੇਜ਼ ਹੈ। ਇੱਥੇ ਬੈਠਿਆ ਹੁਣੇ ਘਰੇ ਚੱਲ ਜਾਣਾ, ਸਿਲੰਡਰ ਦੇਖ ਲਓ, ਚੁੱਲ੍ਹਾ ਦੇਖ ਲਓ, ਮੱਝਾਂ ਦੇ ਜਿਹਨੇ ਭੱਜ ਜਾਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੱਚਾ ਹੈ, ਕੱਚੀ ਨਗਰੀ ਚ ਰਹਿੰਦਾ ਹੈ ਤੇ ਦੁਸ਼ਟਾਂ ਨਾਲ ਪਿਆਰ ਕਰਦਾ ਹੈ। ਦੋਏ ਮਾਈ ਦੋਏ ਬਾਬਾ ਪੜੀਐ, ਪੰਡਤ ਕਰੋ ਵਿਚਾਰੋ। ਕਹਿੰਦੇ ਆਪਣੀਆਂ ਦੋ ਮਾਤਾਵਾਂ ਤੇ ਦੋ ਪਿਤਾਵਾਂ ਬਾਰੇ ਪੜਦਾ ਹੈ। ਸੁਆਮੀ ਪੰਡਤਾਂ ਤੁਮ ਦੇਹੋ ਮਤੀ। ਕਹਿੰਦੇ ਪੰਡਤ ਜੀ ਤੁਸੀਂ ਪੜ੍ਹੇ ਲਿਖੇ ਹੋ, ਸਾਨੂੰ ਕੋਈ ਸਿੱਖ ਮਤ ਦਿਓ, ਕਿਹੜਾ ਢੰਗ ਹੈ ਜਿਹਦੇ ਨਾਲ ਇਸ ਨੂੰ ਕਾਬੂ ਕੀਤਾ ਜਾਵੇ। ਇਨ ਨਿਦ ਪਾਵੋ ਪ੍ਰਾਨਪਤੀ ਰਹਾਓ। ਕਿਹੜਾ ਤਰੀਕਾ ਪੰਡਤ ਜੀ ਇਸ ਜਿੰਦ ਤੜਫਦੀ ਨੂੰ ਕਿਨਾਰਾ ਮਿਲ ਜੇ, ਇਹਨੂੰ ਸੁਆਮੀ ਮਿਲ ਜੇ। ਹੁਣ ਏਡੇ ਡੂੰਘੇ ਬੋਲ ਬਾਬੇ ਨਾਨਕ ਦੇ ਸੁਣ ਕੇ ਪੰਡਤ ਚੁੱਪ ਹੋ ਗਿਆ। ਉਹ ਕਹਿੰਦੇ ਤੁਸੀਂ ਕਿਹਨੇ ਬਾਬੇ ਨੂੰ ਭੂਤ ਚਿੰਬੜੇ ਹੈ, ਜਿੰਨਾ ਇਹਨੂੰ ਗਿਆਨ ਹੈ ਭੂਤ ਤਾਂ ਇਹਦੀ ਸੇਵਾ ਕਰ ਸਕਦੇ ਆ ਕੋ ਸਤਿ, ਕਿਉਂਕਿ ਗਿਆਨੀ ਨੂੰ ਗਿਆਨ ਰੂਪ ਹੋ ਕੇ ਮਹਾਰਾਜ ਨੇ ਦਰਸ਼ਨ ਦਿੱਤੇ ਹੈ। ਉਹ ਪੜ੍ਹਿਆ ਲਿਖਿਆ ਸੀ ਤੇ ਉਹਦੀ ਬੋਲੀ ਚ ਮਹਾਰਾਜ ਨੇ ਸਵਾਲ ਕੀਤਾ ਵੀ ਸਰੀਰ ਕੱਚੀ ਮਿੱਟੀ ਹੈ, ਮਨ ਬੱਚਾ ਵਾ ਤੇ ਦੁਸ਼ਟਾਂ ਨਾਲ ਪਿਆਰ ਕਰਦਾ। ਇਧਰਲੇ ਬੰਨੇ ਨਹੀਂ ਆਉਂਦਾ ਬਾਣੀ ਬਾਣੀ ਵਾਲੇ ਪਾਸੇ, ਉਹਦੇ ਆਪਾਂ ਨੂੰ ਦਿਸ ਨਹੀਂ ਪਿਆ। ਅੱਜ ਦੁਨੀਆ ਦੇ ਹਾਲਾਤ ਕਿੰਨੇ ਮਾੜੇ ਆ, ਕਿ ਕੋਈ ਵਿਰਲੇ ਹੈ ਜਿਹੜੇ ਗੁਰੂ ਘਰ ਨੂੰ ਪਹਿਲ ਦਿੰਦੇ, ਨਹੀਂ ਤੇ ਬਿਮਾਰੀ ਦੀਆਂ ਡਿੱਗਦਿਆਂ ਢਹਿੰਦਿਆਂ। ਸਭ ਤੋਂ ਕੀਮਤੀ ਪਾਲ ਹੁੰਦਾ ਬੰਦੇ ਦੀਆਂ ਲਾਵਾਂ। ਇਹ ਅੱਜ ਹਾਲਾਤ ਇੰਨੇ ਕੁ ਮਾੜੇ ਹੈ, ਬਿਮਾਰੀ ਦੀਆਂ ਹੈ ਪਵਾਹ ਹੋਈ ਨੂੰ 4 ਵਜੇ ਆਉਣਗੇ, ਜੀ ਨਹੀਂ ਕਰਦਾ ਹੁੰਦਾ। ਕੋਈ ਮਜਬੂਰੀ ਵੀ ਜਦੋਂ ਚਾਹ ਵੀ ਪੀ ਲਈ, ਰੋਟੀ ਵੀ ਲੱਗ ਗਈ, ਆਈਸਕ੍ਰੀਮਾਂ ਖਾ ਲਈਆਂ ਤੇ ਬਿਮਾਰੀ ਦੇ 5 ਵਜੇ ਗੁਰਦੁਆਰੇ ਆਉਂਦੇ ਕਹਿੰਦੇ ਬਾਬਾ ਜੀ ਲੇਟ ਬੜੇ ਹੋ ਕੇ ਛੇਤੀ ਕਰਦੇ ਹੋ। ਮੈਂ ਕਿਹਾ ਨਹੀਂ ਕਿਹੜਾ ਲੇਟ ਕੀਤਾ ਤੁਹਾਨੂੰ, ਠੀਕ ਹੈ ਨਾ। ਤੋ ਇਸ ਕਰਕੇ ਇੱਥੇ ਮਹਾਰਾਜ ਦੀ ਭਗਤੀ ਆਈ ਵੀ ਦੁਸ਼ਟਾਂ ਨਾਲ ਪਿਆਰ। ਦੁਸ਼ਟਾਂ ਨਾਲ ਪਿਆਰ ਕਿੱਦਾਂ ਹੈ ਕਿ ਉੱਥੇ ਹੈਲਸ ਦੇ ਵਿੱਚ 25-30 ਹਜ਼ਾਰ ਇੱਕ ਬੰਦਾ ਸੁੱਟ ਗਿਆ। ਹਾਂਜੀ, ਜਦੋਂ ਇੱਥੇ ਆਏ ਅੰਗ ਦਰਜ ਹੋ ਗਿਆ, ਸੇਵਾ ਤੁਸੀਂ ਦੱਸਿਆ ਵੀ ਰਾਗੀ ਸਿੰਘਾਂ ਦਾ ਇੰਨਾ ਦੇਖਦਾ, ਇਹਦੇ ਧੀਆਂ ਦਿਹਾੜੀਆਂ ਸਾਂਝੀਆਂ ਹੁੰਦੀਆਂ, ਸ਼ਰਮ ਨਹੀਂ ਆਉਂਦੀ ਤੁਹਾਨੂੰ? ਇਹਦੇ ਚ ਨਹੀਂ ਧੀਆਂ ਦੇ ਪੈਸੇ ਮੰਗਦੇ ਨਾ ਕਰਦੇ। ਮੈਂ ਕਿਹਾ ਜੇ ਧੀਆਂ ਦਿਹਾੜੀਆਂ ਸਾਂਝੀਆਂ ਹੁੰਦੀਆਂ, ਕਹਿੰਦੇ ਬਾਬਾ ਜੀ ਪਹਿਲੇ ਸਿੱਖ ਗੁਰੂ ਮਹਾਰਾਜ ਨੇ ਧੀ ਭੈਣ ਦਾ ਪੈਸਾ ਨਹੀਂ ਆਖਿਆ, ਤੇ ਤੁਹਾਨੂੰ ਚਾਹੀਦਾ ਫ੍ਰੀ ਕਰਨੀ ਕਥਾ ਕੀਰਤਨ ਤੇ ਫ੍ਰੀ ਦੇ। ਕਿਆ ਠੀਕ ਹੈ। ਉਦੋਂ ਮੈਂ ਕਿਹਾ ਮੇਰੇ ਨਾਲ ਵੀ ਸਿਆਣਾ ਵੀ, ਮੈਂ ਕਿਹਾ ਸਰ ਕੁਝ ਸਪੀਕ, ਮੈਂ ਕਿਹਾ ਸਰ ਜੀ ਮੈਨੂੰ ਨਹੀਂ ਸੀ ਪਤਾ ਧੀ ਭੈਣ ਦਾ ਪੈਸਾ ਨਹੀਂ ਖਾਈਦਾ ਤੇ ਮਾਫੀ ਚਾਹੁੰਦੇ। ਬੜਾ ਖੁਸ਼ ਹੋਇਆ ਉਹ, ਲੈ ਅਸੀਂ ਕਿਤੇ ਐਵੇਂ ਤੇਰੇ। ਮੈਂ ਕਿਹਾ ਰੁਕ ਜਾ, ਅਸੀਂ ਐਵੇਂ ਤਾਂ ਨਹੀਂ ਬੈਠੇ ਇੱਥੇ ਬਾਪੂ ਨੇ ਭਾਇਆ ਤੇ ਇੱਕ ਜਣੇ ਪਾ ਕੇ। ਮੈਂ ਕਿਹਾ ਤੂੰ ਕਿਹਾ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ, ਕਹਿੰਦਾ ਬਿਲਕੁਲ। ਮੈਂ ਕਿਹਾ ਜਿਹੜੀਆਂ ਤੁਹਾਡੇ ਉੱਥੇ ਨੱਚਣ ਦੀਆਂ ਉਹ ਸਾਂਝੀਆਂ ਨਹੀਂ। ਬੋਲੋ ਵਾਹਿਗੁਰੂ। ਹੈ ਉਹ ਵਿਚਾਰੀਆਂ ਨੂੰ ਸੱਦਿਆ, ਤੁਸੀਂ ਗਰੀਬ ਘਰਾਂ ਦੀਆਂ, ਘਰੇ ਇਹਨਾਂ ਦਾ ਮਾਂ ਪਿਓ ਮੰਜੀ ਤੇ ਆ, ਕਿੱਡੀ ਕੁ ਮਜਬੂਰੀ ਕੀਤਾ ਉਹਦੀ ਵਿਚਾਰੀ ਦੀ, ਜਿਹੜੀ ਤੁਹਾਡੇ ਲਾਣੇ ਦੇ ਵਿੱਚ ਨੱਚਣ ਦੀ। ਜਿਹੜਾ ਕਿਹੜਾ ਹੁੰਦਾ ਉਹਦਾ ਪੂਰੀ ਬਾਂਹ ਫੜਦਾ, ਉਹਦੀ ਚੁੰਨੀ ਖਿੱਚਦਾ, ਉਹਨੂੰ ਏਦਾਂ ਘੁਮਾਉਂਦਾ। ਸ਼ਰਮ ਕਰੋ, ਸ਼ਰਮ। ਫਿਰ ਦੰਦਲ ਪਵੇ ਏਦਾਂ ਬੋਲ। ਸਾਡੇ ਵੀ ਨਹੀਂ ਧੀਆਂ ਭੈਣਾਂ ਸਾਂਝੀਆਂ ਤੇ ਤੁਸੀਂ ਜੋ ਮਰਜ਼ੀ ਕਰੋ, ਫਿਰ ਨਹੀਂ ਸਾਂਝੀਆਂ। ਐ ਨੀਵੀਂ ਪਾਸੇ ਰਾਮ ਨਾਲ ਨਿਕਲ ਕੇ ਖੜੋਜਾ। ਸਾਡੇ ਗੁਰੂ ਨੇ ਆਖਿਆ ਸੀ ਧੀ ਭੈਣ ਨੂੰ ਦਾਨ ਕਰਿਓ ਸਿਰ ਢੱਕੇ ਹੋ ਗਏ। ਸ਼ਰਮੋ ਅਸੀਂ ਤੇ ਦਾੜਾ ਚਿੱਟਾ ਲੈ ਕੇ ਵੀ ਇਹ ਨਹੀਂ ਵੇਖਿਆ ਮੇਰੀ ਪੋਤਰੀ ਵਰਗੀ ਮੈਂ ਉਹਦੇ ਨਾਲ ਡਾਂਸ ਕਰਨ ਦਿਆ। ਫਿਰ ਏਦਾਂ ਨਿਕਲ ਕੇ ਐ ਕਰਕੇ ਐ ਕਰਨੀ ਨਹੀਂ ਸਿਖਾ ਕੇ। ਤੋ ਇਸ ਕਰਕੇ ਅੱਜ ਮਹਾਰਾਜ ਨੇ ਆਪ ਹੀ ਸ਼ਬਦ ਚ ਆਇਆ, ਸੱਚੇ ਪਾਤਸ਼ਾਹ ਕਹਿੰਦੇ ਦੁਸ਼ਟਾਂ ਨਾਲ ਪਿਆਰ, ਕਹਿੰਦੇ ਗਲਤ ਬੰਦਿਆਂ ਨੂੰ ਪਿਆਰ ਕਰਦਾ ਤੇ ਗੁਰੂ ਵੱਲ ਨੂੰ ਧੱਕਾ ਕਰਦਾ। ਸੱਚ ਹੈ ਜੀ। ਅੱਜ ਦੂਜੇ ਪਾਸੇ ਭਾਵੇਂ ਕਿੰਨਾ ਵੀ ਹੋ ਜੇ, ਕੋਈ 100 ਚੋਂ 10% ਨੂੰ ਆਵਾ ਤੁਹਾਡੇ ਵੀ ਬੈਠੇ ਜਿਨ੍ਹਾਂ ਨੂੰ ਚਾਹ ਹੁੰਦਾ ਕਿ ਰੱਬ ਦੇ ਪਿਆਰਿਆਂ ਦਾ ਸਤਿਕਾਰ ਪਹਿਲਾਂ ਕਰਨਾ ਹੈਗੀ ਆ, ਨਹੀਂ ਨਾਸਰ ਹੈ। ਪਰ ਨਹੀਂ ਬਹੁਤੇ ਜਿਹੜੇ 90% ਲੋਕ ਆ ਨਾ ਇਸ ਪਾਸੋਂ ਕਿਹੜੇ ਚਲਾਉਂਦੇ।
ਕਿਉਂਕਿ ਖੜਾ ਹੀ ਹੁੰਦਾ ਵਾ ਜੇ ਚਾਹ ਵਿੱਚ ਪਹਿਲੋਂ ਆਉਣ ਜਾ ਕੇ ਕਹਿਣਾ ਭਾਈ ਸਾਹਿਬ ਵਿਆਹ ਇੱਕੇ ਨਾ ਹੋਣਾ, ਪ੍ਰੇਮ ਨਾਲ ਫੜਿਓ ਪਾਣੀ। ਰਾਗੀ ਸਰ ਸ਼ਬਦ ਏਦਾਂ ਦੇ ਲਾਇਓ ਕਿ ਰੂਹ ਖੁਸ਼ ਹੋ ਜੇ। ਫਿਰ ਤੇ ਮੰਨਦੇ ਆ ਵੀ ਤੁਹਾਨੂੰ ਪਿਆਰ ਹੈ, ਜਦੋਂ 4 ਵਜੇ ਆ ਕੇ ਕਹਿੰਦਾ ਬਾਬਾ ਹੱਲੇ ਨਹੀਂ ਕਰਦੇ, ਉਹਦਾ ਮਤਲਬ ਖੜਾ ਲਾਉਣੇ। ਅੱਜ ਬਾਬੇ ਨੇ ਬੜੀਆਂ ਚ ਬਹਿ ਕੇ ਸ਼ਬਦ ਉਚਾਰਨ ਕੀਤੇ। ਬਾਰੇ ਕਹਿੰਦੇ ਰਾਜਾ ਬਾਲਕ ਨਗਰੀ ਕਾਜੀ, ਦੁਸ਼ਟਾਂ ਨਾਲ ਪਿਆਰ, ਕਹਿੰਦੇ ਦੁਸ਼ਟਾਂ ਨਾਲ ਪਿਆਰ ਕਰਦਾ। ਇੱਕ ਵੀਡੀਓ ਵੀ ਸੀ ਨਾ, ਉੱਥੇ ਸ਼ਬਦ ਲੱਗਾ ਸੀ ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਸੰਤਾਂ ਨੂੰ ਪ੍ਰਵਾਨਤਾ। ਕਿੰਨੇ ਸੋਹਣੇ ਪੜ੍ਹੇ ਲਿਖੇ ਵਿਦਵਾਨ ਸੀ, ਜਿਹੜੇ ਬਲਾਤਕਾਰੀ ਲੋਕ ਨੇ, ਨਕਲੀ ਲੋਕ ਨੇ, ਉਹਨਾਂ ਦੇ ਪੈਰਾਂ 'ਚ ਬੈਠੇ ਫਿਰ ਉਹ ਪੰਕਤੀ ਸਿੱਧ ਹੋਣੀ ਹੋਣੀ। ਤੇ ਜਿਹੜਾ ਰੱਬ ਦਾ ਪਿਆਰਾ ਉਹ ਸਾਨੂੰ ਚੰਗਾ ਨਹੀਂ ਲੱਗਦਾ, ਤੇ ਜਿਹਨਾਂ ਸਾਨੂੰ ਬਰਬਾਦ ਕਰਨਾ ਉਹਨਾਂ ਨੂੰ ਅਸੀਂ ਪਿਆਰ ਕਰਦੇ ਹਾਂ। ਤੇ ਮਹਾਰਾਜ ਸਾਹਿਬ ਦੇ ਵਚਨ ਸੁਣ ਕੇ ਪੰਡਤ ਦਾ ਦੁੱਖ ਹੋ ਗਿਆ। ਬੜੀਆਂ ਵਿੱਚ 3 ਜਾਣੇ ਆ, ਬਾਬਾ ਨਾਨਕ ਜੀ, ਮਹਾਰਾਜ ਦੇ ਸਹੁਰਾ ਸਾਹਿਬ ਜੀ ਤੇ ਪੰਡਤ। ਮਹਾਰਾਜ ਕਹਿੰਦੇ ਪੰਡਤ ਜੀ ਹੁਣ ਬੋਲੋ, ਤੁਸੀਂ ਸਾਨੂੰ ਕਿਹਾ ਵੀ ਸਿਆਣੇ ਬਣੋ, ਲੈ ਹੁਣ ਅਸੀਂ ਬਣ ਕੇ ਸਿਆਣੇ, ਹੁਣ ਤੁਸੀਂ ਜਵਾਬ ਦਿਓ। ਜੋ ਕਈ ਮਨ ਰਾਜਾ ਬਾਲਿਕ ਸਮਝੋ, ਨਿਤ ਪ੍ਰਤ ਜਾਨੋ ਚੰਚਲ ਸੋ। ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਪੰਡਤ ਜੀ ਕਹਿੰਦੇ ਪਾਤਸ਼ਾਹ ਮੈਂ ਕਰਮਾਂ ਵਾਲਾ, ਜਿਹਨੂੰ ਤੁਹਾਡੇ ਦਰਸ਼ਨ ਹੋ ਗਏ। ਮੇਰੇ ਗਰੀਬ ਨਵਾਜ ਪਾਤਸ਼ਾਹ ਤੁਸੀਂ ਮੈਨੂੰ ਦੱਸ ਦਿਓ। ਮਾਰੇ ਕਹਿੰਦੇ ਮਨ ਜਿਹੜਾ ਰਾਜਾ ਬਣਿਆ ਹੈ, ਆਪਣੇ ਆਪ ਨੂੰ ਬਹੁਤ ਤੇਜ਼ ਸਮਝਦਾ ਪਰ ਹੈਗਾ ਨਿਆਣਾ ਹੀ ਹੈ। ਮਹਾਰਾਜ ਜੀ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਚੰਚਲ ਹੈ, ਚੰਚਲ ਮੈਨੇ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਹੈ। ਨੀਤ ਨ ਸਿੱਖੇ ਰੂਪ ਗਿਆਨਾ, ਖੇਲ ਰਚਿਓ ਸੁਖ ਵਿਸ਼ੈ ਮਹਾਨਾ। ਰੱਬ ਨੂੰ ਪਿਆਰ ਨਹੀਂ ਕੀਤਾ, ਕਿਤੇ ਰੱਬ ਦੀ ਸਿਫਤ ਹੁੰਦੀ ਉੱਥੇ ਨਹੀਂ ਜਾਂਦਾ, ਕਿਤੇ ਰੱਬ ਦੀ ਬਾਤ ਪੈਂਦੀ ਉੱਥੇ ਨਹੀਂ ਬਹਿੰਦਾ। ਤੇ ਕਹਿੰਦੇ ਕਿੱਥੇ ਜਾਂਦਾ ਹੈ, ਖੇਲ ਰਚਿਓ ਸੁਖ ਵਿਸ਼ੈ ਮਹਾਨਾ। ਕਹਿੰਦੇ ਜਿੱਥੇ ਵਿਸ਼ੇ ਵਿਕਾਰ ਚੱਲਦੇ ਨੇ ਉੱਥੇ ਖੁਸ਼ ਰਹਿੰਦਾ। ਇਹ ਏਦਾਂ ਨਹੀਂ ਲੱਗਣ ਦਿਆ ਵੀ ਇਹ ਕਥਾ ਤੇ ਅੱਜ ਦੀ ਹੁੰਦੀ ਹੈ, 550 ਸਾਲ ਪਹਿਲੀ ਹੈ। ਪਰ ਆਹ ਪੰਕਤੀਆਂ ਮੈਨੂੰ ਏਦਾਂ ਲੱਗਦੀਆਂ ਜਿਵੇਂ ਅੱਜ ਹੀ ਲਿਖੀਆਂ ਮਹਾਰਾਜ ਨੇ। ਇਹ ਅੱਜ ਬਿਲਕੁਲ ਸੱਚ ਹੈ। ਕੋਈ ਵਿਰਲਾ ਹੈ ਜਿਹਨੂੰ ਗੁਰੂ ਦੇ ਲਾਗੇ ਬਹਿਣ ਦਾ ਚਾਅ, ਕੋਈ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਕੋਈ ਅੰਦਰ ਆਉਂਦਾ ਹੀ ਨਹੀਂ। ਆ ਵਿਆਹਾਂ ਸ਼ਾਦੀਆਂ ਆਪਣੇ ਘਰਾਂ 'ਚ ਵੇਖ ਲਓ, ਮਜਬੂਰੀ ਨਹੀਂ ਤੇ ਨਹੀਂ, ਕੋਈ ਵਿਰਲਾ ਜਿਹੜਾ ਜਾਗਿਆ ਨਾ ਦੀਵਾ, ਉਹ ਮਹਾਰਾਜ ਦੇ ਭੱਜ ਕੇ ਅੱਗੇ ਆਊਗਾ ਵੀ ਚਾਹ ਤੋਂ ਬਾਅਦ ਸੁਣਿਆਂਗੇ, ਪਹਿਲਾਂ ਬਾਣੀ ਸੁਣੀ। ਨਹੀਂ ਤੇ ਬਸ 90% ਸਾਰਿਆਂ ਦੀ ਇਹੋ ਹੁੰਦਾ ਵੀ ਜਾਨ ਬਾਜੀ ਜਾਵੇ, ਵੀ ਕਿਤੇ ਮਹਾਰਾਜ ਕੋ ਬਹਿਣਾ ਨਾ ਪਵੇ ਪਈ। ਯਾਨੀ ਕਿ ਜੀ ਛੇਤੀ ਹੈ ਤੇ ਬਾਹਰ ਜਾ ਕੇ ਗੱਲਾਂ ਕਰਨ ਲੱਗ ਪਿਆ, 1.5 ਘੰਟਾ ਪਹਿਲਾਂ ਹੀ ਕਰੀ ਗਿਆ। ਤੇ ਮਹਾਰਾਜ ਦਾ ਮੁੱਖ ਵਾਕ ਵੀ ਵਿੱਚੇ ਛੱਡਦਾ, ਅੱਧਾ ਚੱਲਣ ਦਿਆ, ਅੱਧੇ ਟੁੱਟ ਕੇ ਪ੍ਰਸ਼ਾਦ ਲੈ ਲਿਆ। ਤੇ ਮਹਾਰਾਜ ਸਾਹਿਬ ਅੱਜ ਕਹਿੰਦੇ ਆ ਕਿ ਪਤਾ ਨਹੀਂ ਕਿਉਂ ਪਿਆਰੇ ਦੇ ਕੋਲ ਨਹੀਂ ਬਹਿੰਦਾ, ਵਿਸ਼ਿਆਂ ਮੁਕਾਰਾਂ ਤੇ ਭਾਵੇਂ 10 ਦਿਨ ਰੱਖ ਲਓ। ਅਜੀ ਨਗਰੀ ਮਹਿ ਪਾਸਾ, ਅੱਜ ਕਾਲ ਜੈ ਹੋਏ ਬਿਨਾਸਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਡਤ ਜੀ ਤੁਸੀਂ ਮੈਨੂੰ ਪੁੱਛਿਆ ਬੜੀਆਂ 'ਚ ਕਿਉਂ ਬੈਠੇ? ਬਾਬੇ ਨੇ ਕਿਹਾ ਬੜੀਆਂ ਸਾਡੇ ਸਾਰਿਆਂ ਦਾ ਅਸਲੀ ਘਰ ਹੈ। ਮਹਾਰਾਜ ਸੱਚੇ ਪਾਤਸ਼ਾਹ ਉਹ ਕਿਉਂ? ਮਹਾਰਾਜ ਕਹਿੰਦੇ ਨਗਰੀ ਕੱਚੀ ਹੈ ਤੇ ਇਹਦਾ ਸੰਸਕਾਰ ਹੋ ਕੇ ਤੇ ਢੇਰੀ ਲੱਗ ਜਾਂਦੀ। ਮਿੱਟੀ ਤੇਰੀ ਜ਼ਿੰਦਗੀ ਬੰਦਿਆ, ਮਿੱਟੀ ਮੌਤ ਦਾ ਕਹਿਣਾ, ਇਹਦੇ ਨਾਲੋਂ ਮਿੱਟੀ ਹੋ ਜਾ। ਮਿੱਟੀ ਕਿਉਂਕਿ ਆਖਰ ਇੱਕ ਦਿਨ ਮਿੱਟੀ ਹੋ ਕੇ ਇੱਕ ਫਕੀਰ ਦੀ ਸਾਖੀ ਹੈ, ਕਹਿੰਦੇ ਜਗਿਆ ਹੋਇਆ ਤੇ ਉਹਨੂੰ ਬੜੇ ਲੋਕੀ ਮੰਨਦੇ ਸੀ, ਆਉਂਦੇ ਸੀ ਦਰਸ਼ਨ ਕਰਨ। ਤੇ ਇੱਕ ਦਿਨ ਉੱਥੋਂ ਦੇ ਰਾਜੇ ਨੂੰ ਕਿਸੇ ਨੇ ਆਖਿਆ ਵੀ ਤੂੰ ਕਦੇ ਵੀ ਨਹੀਂ ਗਿਆ, ਇੱਕ ਵਾਰੀ ਤੂੰ ਹੀ ਜਾ ਕੇ ਆ। ਵੀ ਉਹ ਸਾਧੂ ਏਦਾਂ ਪੁੱਜਿਆ ਹੈ ਜਿਹੜੇ ਬਚਨ ਕਰ ਦਿੰਦਾ ਉਹ ਪੂਰਾ ਹੋ ਜਾਂਦਾ। ਤੇ ਉਹਨੇ ਵੀ ਆਪਣੀ ਤਿਆਰੀ ਕਰ ਲਈ, ਹਾਥੀ ਘੋੜੇ ਆ ਗਿਆ। ਤੇ ਫਕੀਰ ਨੇ ਆਪਣੇ ਚੇਲੇ ਨੂੰ ਆਖਿਆ ਕਹਿੰਦੇ ਆ ਜਿਹੜੀ ਚਾਦਰਾਂ ਵਿਛਣ ਚੱਕ ਦੇ। ਉਹ ਕਹਿੰਦਾ ਜੀ ਅੱਗੇ ਤੇ ਕਿਹਨੇ ਵਿਛਾਓ ਤੇ ਅੱਜ ਕਿਹਨੇ ਚੱਕ ਦੇ। ਅੱਜ ਸਗੋਂ ਰਾਜਾ ਹੁੰਦੇ ਆ ਇੱਥੋਂ ਦਾ, ਤੇ ਅੱਜ ਤੇ ਹੋਰ ਵੀ ਹੋਣੀਆਂ ਚਾਹੀਦੀਆਂ ਚਿੱਕੀਆਂ। ਫਕੀਰ ਕਹਿੰਦਾ ਤੈਨੂੰ ਕਿਹਾ ਜਿੰਨਾ ਉਹਨਾਂ ਕਰਦੇ ਵੀ ਸਾਰੀਆਂ ਚੁੱਕ ਦੇ ਚੱਕ ਦੀਆਂ। ਇਹਨਾਂ ਨੇ ਏਦਾਂ ਕਰ ਉੱਥੋਂ ਘੱਟਾ ਲਿਆ ਕੇ ਨਾ ਵਾਵਾ
5-6 ਬਟਨ ਇੱਥੇ ਕਲਾਕ ਦੇ ਉਹ ਕੀਤਾ ਫਕੀਰ ਨੂੰ ਕੀ ਹੋ ਗਿਆ? ਕਹਿੰਦੇ ਅੱਜ ਉਹ ਬੰਦਾ ਕਾਬੂ ਕਰਨਾ ਹੈ ਜਿਹਨੇ ਇਕੱਲੇ ਨੇ ਦੁਨੀਆ ਸੁਧਾਰ ਦੇਣੀ। ਅੱਗੇ ਇਕੱਲੇ ਨੂੰ ਕਥਾ ਸੁਣਾਉਣੀ ਹੋਰ ਗੱਲ ਹੈ, ਅੱਜ ਆਪਾਂ ਹੱਥ ਪੀਸੀ ਦੇ ਪੇਰ ਨੂੰ ਪਾਉਣਾ। ਅੱਜ ਦਾ ਰਾਜਨੀਤਿਕ ਲੋਕ ਨਹੀਂ, ਉਹ ਪਤਾ ਕਿਹਨੂੰ ਕਾਬੂ ਕਰਦੇ ਆ? ਬਾਬਿਆਂ ਨੂੰ ਕਾਬੂ ਕਰਦੇ ਆ। ਪਤਾ ਵੀ ਇੱਕ ਬਾਬੇ ਦੇ ਮਗਰ ਜਿਹੜਾ ਇਲਾਕੇ ਦਾ ਵੱਡਾ ਬਾਬਾ, ਮੈਂ ਨਾਮ ਨੂੰ ਨਹੀਂ ਲੈਣਾ, ਤੁਸੀਂ ਸਿਆਣੀ ਹੈ ਤੇ ਮੇਰੀ ਮਜਬੂਰੀ ਹੈ, ਉਹ ਲੋਕ ਵੇਖ ਲੈਂਦੇ ਆ ਵੀ ਉਹ ਸਾਧੂ ਨੂੰ ਆਪਣੀ ਬੁੱਕਲ ਤੇ ਲਓ ਜਿਹਦੇ ਮਗਰ 20-25 ਲੱਖ ਦੁਨੀਆ ਇਹਦੇ ਅੰਦਰ ਅੱਜ ਰਾਜਨੀਤੀ ਜਿੰਨੇ ਵੱਡੇ ਨਾਮਵਰ ਬਾਬੇ ਸਾਰੇ ਉਹਨਾਂ ਨੇ ਬੁੱਕਲ ਚ ਲਏ ਆ। ਉਹ ਕਹਿੰਦੇ ਵੀ ਮੰਨ ਲਓ ਮੈਂ ਹੀ ਆਪਸ ਵਿੱਚ ਪਿਆਰ ਕਰਦੇ ਆ ਨਾ, ਆਪਣਾ 150-200 ਪਰਿਵਾਰ ਹੈ ਰੋਜ਼ ਦਾ, ਤੇ ਜੋ ਮੈਂ ਸਪੀਕਰ ਚ ਕਹਿਣਾ ਤੁਸੀਂ ਕਿਹਨੇ 7 ਵਜੇ ਅਗਲੇ ਮੈਨੂੰ ਕਾਬੂ ਕਰਨਾ ਵੀ ਇਹ ਆ ਜਿਹੜੇ ਇਹਦੇ ਨਾਲ ਆਪੇ ਹੀ ਆ ਜਾਣਾ। ਠੀਕ ਹੈ, ਉਹ ਇਹ ਚੀਜ਼ ਸੋਚਦੇ ਵੀ ਜਿੰਨੇ ਵੱਡੇ ਸਾਧ ਆ ਨਾ ਇਹ ਉਹਨਾਂ ਬੁੱਕਲ ਚ ਲਏ ਇਹਨਾਂ ਮਗਰ ਦੁਨੀਆ ਵਾ, ਜੋ ਇਹ ਕਹਿੰਦੇ ਉਹ ਕਰਦੇ। ਤਾਂ ਕਰਕੇ ਉਹ ਕਹਿੰਦੇ ਵੀ ਸਾਨੂੰ ਇਕੱਲੇ ਨੂੰ ਘਰ ਜਾਣ ਦੀ ਲੋੜ ਨਹੀਂ ਆ, ਅਸੀਂ ਮੁੱਢ ਫੜਨਾ, ਇਹਨੂੰ ਰਾਜਨੀਤੀ ਕਹਿੰਦੇ। ਤੇ ਮਾਰੇ ਸੱਚੇ ਪਾਤਸ਼ਾਹ ਦੀਨਾ ਬੱਧੂ ਗਰੀਬ ਨਵਾਜ਼ ਦਾ ਫਕੀਰ ਕਹਿੰਦਾ ਅੱਜ ਟਾਈਮ ਮੇਰਾ ਵੀ ਥੋੜਾ ਰਹਿ ਗਿਆ ਜ਼ਿੰਦਗੀ ਦਾ, ਅੱਜ ਜਾਂਦੇ ਕੋਈ ਦੇਖ ਚਲੀਏ। ਕਹਿੰਦਾ ਚੁੱਪ ਦੇ ਚਾਦਰਾਂ ਤੇ ਘਟਾ ਖਲਾਰ ਦੇ 7 ਵਜੇ ਉਹ ਰਾਜਾ ਆਇਆ, ਹਾਥੀ ਤੋਂ ਉਤਰਿਆ ਤੇ ਫਕੀਰ ਨੇ ਮਾਰ ਲਿਆ ਚੌਂਕੜਾ ਨੇ ਆ ਕੇ ਸਲਾਮ ਕੀਤੀ। ਫਕੀਰ ਅੱਖਾਂ ਮੀਟੀਆਂ 2 ਵਾਰੀ ਬੋਲਿਆ, ਤੀਜੀ ਵਾਰੀ ਫਕੀਰ ਨੇ ਅੱਖਾਂ ਖੋਲੀਆਂ, ਕਹਿੰਦਾ ਸਲਾਮ ਲੈ ਸਲਾਮਾ ਲੈ ਬਹਿ ਜਾ। ਕਹਿੰਦੇ ਬਹਿ ਗਿਆ ਤੇ ਜਦੋਂ ਬਹਿਣ ਲੱਗਾ ਤੇ ਥੱਲੇ ਘਟਾ ਸੀ, ਉਹਨੇ ਕੀ ਕੀਤਾ ਆਪਣੀ ਜਿਹੜੀ ਪੁਸ਼ਾਕ ਸੀ ਨੇ ਤੇ ਇਕੱਠੀ ਕਰਕੇ ਇੱਥੇ ਗੰਢ ਦੇ ਕੇ ਕਮਰ ਕੱਸੇ ਤੇ ਪੈਰਾਂ ਭਾਰ ਬਹਿ ਗਿਆ। ਫਕੀਰ ਕਹਿੰਦਾ ਕੀ ਗੱਲ ਤੇਰੀਆਂ ਲੱਤਾਂ ਚ ਨੁਕਸਾ, ਥੱਲੇ ਬਹਿ, ਚੌਂਕੜਾ ਮਾਰ ਕੇ ਬਹਿ ਜਿੱਦਾਂ ਅਸੀਂ ਬੈਠੇ ਐ। ਕਹਿੰਦਾ ਜੀ ਮੈਂ ਰਾਜਾ ਵਾਂ। ਉਹ ਕਹਿੰਦੀ ਅਸੀਂ ਨਹੀਂ ਸੱਦਿਆ, ਆਪੇ ਆਇਆ ਨਾ, ਝੁਕਣਾ ਪੈਂਦਾ ਇੱਥੇ ਰਾਜੇ ਤੇ ਰਾਣੀਆਂ ਨੂੰ ਮਿਲਦਾ ਹੈ ਮਾਣ ਇੱਥੇ ਨੀਵੇਂ। ਕਹਿੰਦੇ ਥੱਲੇ ਹੋ ਕੇ ਬਹਿ, ਇਹਨਾਂ ਮੇਰੇ ਕੱਪੜੇ ਲਿਪੜ ਜਾਂਦੇ। ਜਦੋਂ ਨੇ ਇੰਨੀ ਗੱਲ ਕਹੀ ਫਕੀਰ ਉੱਚੀ ਹੱਸ ਪਿਆ ਤੇ ਤਾੜੀ ਮਾਰਨ ਲੱਗ ਪਿਆ। ਕਹਿੰਦੇ ਤੈਨੂੰ ਕੀ ਹੋਇਆ? ਕਹਿੰਦਾ ਹਜਰ ਤੇ ਇਨਸਾਨ ਕਾ ਕੈਸਾ ਤਕੱਬਰ तेज है, मिट्टी का बना है पुतला मगर मिट्टी से परहेज। कहता जिस मिट्टी कपड़ियां तो डरदा ना, जिद्दां तेरा संस्कार होया इस मिट्टी दे विच तू मिलना। तो सतनाम ਜਦੋਂ ਇੰਨੀ ਗੱਲ ਕੀਤੀ ਤੇ ਉਹ ਰਾਜੇ ਦੀ ਚੌਂਕ ਟੁੱਟ ਗਈ, ਬੈਠ ਕੇ ਡਿੱਗ ਪਿਆ ਇੱਦਾਂ ਐ ਘੱਟੇ 'ਚ ਬੈਠਾ। ਕਹਿੰਦੇ ਹੁਣ ਆਨੰਦ ਆਇਆ ਕਿ ਨਹੀਂ ਆਇਆ? ਕਹਿੰਦੇ ਫਕੀਰਾ ਅੱਜ ਜ਼ਿੰਦਗੀ 'ਚ ਪਹਿਲੀ ਵਾਰੀ ਸੁੱਖ ਮਿਲਿਆ, ਕਿਉਂਕਿ ਜਦੋਂ ਮਿੱਟੀ ਤੋਂ ਬੰਦਾ ਦੂਰ ਹੁੰਦਾ, ਮਿੱਟੀ ਮਾਂ ਹੈ ਤੇ ਮਾਂ ਦੀ ਗੋਦੀ ਤੋਂ ਬਿਨਾਂ ਸੁੱਖ ਨਹੀਂ ਜੇ ਕੋਈ ਵੀ ਹੈਗਾ। ਬੱਚੇ ਨੂੰ ਸੋਨੇ ਦੇ ਖਿਡੌਣੇ ਦੇ ਦਿਓ, ਵਧੀਆ ਮਠਿਆਈਆਂ ਦੇ ਦਿਓ, ਪਰ ਜਦੋਂ ਸੂਰਜ ਡੁੱਬਦਾ ਕਹਿੰਦਾ ਮਾਂ ਜਦੋਂ ਮਾਂ ਮਿਲਦੀ ਹੈ ਕਿ ਬਸ ਮਿਲਦੀ ਹੈ ਗੋਦੀ 'ਚ ਉਦੋਂ ਹੀ ਸੌ ਜਾਂਦਾ। ਜਿੱਦਣ ਸਾਡੀ ਜ਼ਿੰਦਗੀ ਦਾ ਸੂਰਜ ਡੁੱਬਣਾ ਉਦੋਂ ਗੁਰੂ ਗ੍ਰੰਥ ਸਾਹਿਬ ਯਾਦ ਹੋਣੇ, ਤੇ ਉਹਦੇ ਕੋਲ ਕਦੀ ਆਏ ਨਹੀਂ, ਬੈਠੇ ਨਹੀਂ ਕਦੇ ਸੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬੜੀਆਂ 'ਚ ਬੈਠੇ ਪੰਡਤ ਨੂੰ ਕਹਿੰਦੇ ਕੱਚੀ ਮਿੱਟੀ ਹੈ। ਸਾਡੇ ਸਾਰਿਆਂ ਦਾ ਅਸਲੀ ਘਰ ਇੱਥੇ ਹੈ, ਕਿਉਂਕਿ ਇੱਥੇ ਆ ਕੇ ਮਿੱਟੀ ਹੋ ਜਾਣਾ। ਮਿੱਟੀ ਤੇਰੀ ਜ਼ਿੰਦਗੀ ਬੰਦਿਆ, ਮਿੱਟੀ ਮੌਤ ਦਾ, ਇਹਦੇ ਨਾਲੋਂ ਮਿੱਟੀ ਹੋ ਜਾ। ਮਿੱਟੀ ਕਿਉਂਕਿ ਆਖਰ ਇੱਕ ਦਿਨ ਮਿੱਟੀ ਹੋ ਕੇ ਮਿੱਟੀ ਦੇ ਪ੍ਰੀਤਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਜੀਵਦਿਆਂ ਪੈਰਾਂ ਤਲੇ ਮੋਇਆ। ਇਸ ਕਰਕੇ ਬਾਬੇ ਨਾਨਕ ਦੇ ਬੋਲ ਬੜੇ ਸੁੰਦਰ ਹੈ। ਆਂਦੇ ਦਾ ਕਪਾਟ ਖੁੱਲ ਰਿਹਾ ਹੈ। ਨਿਤ ਤਿਰ ਜਾਨਤ ਕੀਨ ਸਨੇਹਾ, ਟੈ ਕਾਲ ਪਰ ਜਗ ਮੇਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਕੱਚੀ ਮਿੱਟੀ ਹੋਵੇ, ਜਦੋਂ ਮੀਂਹ ਪੈਂਦਾ ਤੇ ਸਾਰੀ ਰੁੜ ਜਾਂਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਰੋਜ਼ ਸਵਾਸਾਂ ਦਾ ਮੀਂਹ ਪਈ ਜਾਂਦਾ, ਥੋੜੀ ਮਿੱਟੀ ਖੁਰਦੀ ਜਾਂਦੀ ਆ। 25 ਸਾਲਾਂ ਦੇ ਹੋ ਗਏ, ਕਈ 50 ਦੇ ਬੈਠੇ, ਕਈ 60 ਦੇ, ਹੈ ਨਾ ਬਾਪੂ? ਇਸ ਕਰਕੇ ਸਾਧ ਸੰਗਤ ਜੀ ਮਾਰੇ ਕਹਿੰਦੇ ਮੀਂਹ ਪੈਂਦਿਆ ਰੋਜ਼ ਥੋੜੀ ਮਿੱਟੀ ਥੱਲੇ ਨੂੰ ਲਈ ਆਉਂਦਾ। ਵੱਖਰੀ ਗੱਲ ਉਹਨੂੰ ਪੂਰੀ ਬੰਗਰੂਮਾ ਲਾ ਕੇ ਫੇਰ ਕੋਨੀ ਬਣਾਉਣਾ ਬਣਦੀ ਨਹੀਂ। ਇਹਦਾ ਦਾੜਾ ਚਿੱਟਾ ਹੋ ਗਿਆ ਕਿਸੇ ਦਾ। ਇਹ ਜਿਹੜੇ ਕੇਸ ਚਿੱਟੇ ਹੋਣੇ ਨਾ, ਇਹ ਸਵੇਰੇ ਬਚਨ ਆਇਆ ਸੀ। ਇਹ ਰੱਬ ਦਾ ਲਾਰਮ ਹੈ, ਇਹ
रब लारम वजाउंदा बाबी हुण तकड़ा हो जा, टाइम आ गया। ये इदा नकम्मा ये की करता वा भी तो सवेरे हुण आपां लारम लाईदा 3 बजे, लारम ने बजना ਉਹਦਾ मतलब भी उठो भाई इशनान करो। जे कोई कहना थोड़ी लैके मोबाइल ही बंद, नुकसान किहदा? कि असीं की करदे गुस्सा ना करिओ। कई सुधर के विच बहुत संगत बड़ा आनंद है। 8-9 रूहां ने गल मन्नी, बीबियां ने भी ते भाईयां ने। हुण तुसीं भी सुन लिओ जिहड़े नवें। बाबा फरीद साहब कहते धौले आउंदे रब दा लारम है कि कैम हो जा। उत्थे लिखिया फरीदा जेतिया दाढ़ी होई अगों नेड़ा पिछा रहा। इहने की कीता बीबी ते बंदे, ਇਹਦੇ ਧੌਲੇ ਆਏ ਤੇ ਦੁਕਾਨ ਤੇ ਚਲੇ ਗਏ। ਉੱਥੇ ਜਾ ਕੇ ਉਹਨੂੰ ਕਹਿੰਦਾ ਕੁੜੀ ਦੇ ਦੇ। ਉਹ ਕੁੜੀ ਲਿਆਇਆ, ਉਹਨੂੰ ਕੋਲੀ ਚ ਪਾ ਕੇ ਤੇ ਬੀਬੀ ਨੇ ਸਿਰ ਤੇ ਲਾ ਲਈ ਤੇ ਬੰਦੇ ਦੇ ਮੂੰਹ ਤੇ ਲਾ ਲਈ। ਤੇ ਸੀਸਾ ਵੇਖ ਕੇ ਕਹਿੰਦਾ ਆਪਾਂ ਜਵਾਨ ਹੋ ਗਏ, ਤੇ ਆਪਾਂ ਜਵਾਨ ਹੋ ਗਏ। ਤੇ ਬਾਬਾ ਫਰੀਦ ਗੁਰੂ ਗ੍ਰੰਥ ਸਾਹਿਬ ਜੀ ਕਹਿੰਦਾ ਪੁੱਤ ਜਿੰਨਾ ਮਰਜ਼ੀ ਜਵਾਨ ਹੋ ਲਾ ਉਧਰ ਹਿਸਾਬ ਕਿਤਾਬ ਬਰਾਬਰ ਆ। ਉੱਥੇ ਲਿਖਿਆ ਕੀ ਹੈ, ਜੋ ਬਣ ਜਾਂਦੇ ਨਾ ਡਰਾਂ ਜਿਸ ਪ੍ਰੀਤ ਨਾ ਜਾਏ। ਪ੍ਰੀਤ ਕੀਤੀ ਜੋ ਬਣ ਪ੍ਰੀਤ ਬਿਨਾ ਸੁਖ ਗਏ ਕੁਮਲਾਏ। ਕਹਿੰਦਾ ਵੇ ਕਿੰਨਾ ਸਤਾਨ ਹੈ, ਆਪਣੇ ਆਪ ਨੂੰ ਦੀਵਾਨ ਰੱਖਦਾ ਪਰ ਰਿਆ ਥੋੜਾ ਜਾਣਾ। ਬਾਬਾ ਨਾਨਕ ਜੀ ਕਹਿੰਦੇ ਰੋਜ਼ ਮੀਂਹ ਪੈ ਰਿਹਾ, 24,000 ਸਵਾਸ ਰੋਜ਼ ਦਾ ਡਿੱਗਦਾ ਜਾ ਰਿਹਾ ਹੈ। ਜਾਏ ਅਚਾਨਕ ਕਰ ਇਹ ਸਾਰੀ ਤਬ ਸੋਚੀ ਹਵੇਂ ਦੁਖ ਮਜਾਰੀ। ਸੱਚੇ ਪਾਤਸ਼ਾਹ ਜਿਨ੍ਹਾਂ ਬੰਦੂ ਗਰੀਬ ਨਵਾਜ ਰਹਿਮਤਾਂ ਦੇ ਦਾਤੇ ਨੇ ਬਖਸ਼ਿਸ਼ ਵਰਤਾਈ ਹੈ। ਆਪ ਵਿੱਚ ਵਰਤ ਕਰਕੇ ਮਹਾਰਾਜ ਕਹਿੰਦੇ ਸੋਚ ਪੰਡਤ ਜੀ ਇਹ ਨਗਰੀ ਨਾਸ ਹੋ ਜਾਵੇਗੀ। ਸੰਗਤ ਇਕੱਲੇ ਬਹਿ ਗਏ। ਅੱਜ ਦੁਪਹਿਰੇ ਕੋਈ ਸਮਾਂ ਬਹਿ ਕੇ ਮੈਂ ਸੋਚ ਰਿਹਾ ਇਹਦਾ ਬੈਠੇ ਬੈਠਿਆ ਇਹਦਾ ਹੱਥ ਤੇ ਕੁਝ ਲੱਗਾ ਤੇ ਲਾਤਾ ਏਦਾਂ। ਫਿਰ ਚੇਤਾ ਜਿਹਾ ਆ ਗਿਆ ਵੀ ਆਹ ਹੱਥ ਪੈਰ ਆਪਣੇ ਇੱਕ ਦਿਨ ਸੜ ਜਾਣਾ। ਏਦਾਂ ਸੋਚਿਆ ਕਰੋ ਫਿਰ ਜ਼ਿਆਦਾ ਨਾ ਕਰੋ। ਜਾਂ ਜਿੰਨੇ ਗੁਰਾਂ ਦਾ ਸਰੂਪ ਹੈ ਇਹਨੇ ਇੱਕ ਦਿਨ ਸਵਾਹ ਹੋਣਾ। ਜਦੋਂ ਇੰਨੀ ਸੱਟ ਵਜੂ ਫਿਰ ਐਟੋਮੈਟਿਕ ਬੰਦਾ ਕੋਈ ਕੀਰਤਨ ਸੁਣਾ ਦੇ, ਕੋਈ ਕਥਾ ਛੇਤੀ ਕਰੇ ਤੇ ਮੈਂ ਬਹਿ ਕੇ। ਬਾਬੇ ਨੇ ਸਫ਼ਰ ਹੀ ਬੜੀਆਂ ਤੋਂ ਤਾਂ ਸ਼ੁਰੂ ਕੀਤਾ ਜਦੋਂ ਬੜੀਆਂ ਜੀਵੀਆਂ ਉਹਨੂੰ ਜੀਣਾ ਆ ਜਾਂਦਾ। ਜਿਹੜੇ ਬੰਦੇ ਨੂੰ ਉਹ ਭੁੱਲ ਗਈਆਂ ਉਹ ਖਰਾਬ ਹੋ ਜਾਂਦਾ। ਤੋ ਇਸ ਕਰਕੇ ਮਾਰੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਕਾਜ ਦੁਸ਼ਟ ਕੋ ਸੋ ਕਰਤ ਪਿਆਰੋ, ਸੋ ਤਹਿ ਕੇ ਨਿਤ ਕਾਜ ਬਿਗਾਰੋ। ਕਹਿੰਦੇ ਇਸ ਨਗਰੀ ਨੂੰ ਢਾਉਣ ਵਾਸਤੇ 5 ਚੋਰ ਲੱਗੇ। ਹੁਣ ਕਿਸੇ ਦੇ ਘਰ ਰਾਤੀ ਚੋਰੀ ਹੋਈ ਤੇ ਸਵੇਰੇ ਖਬਰ ਲੱਗ ਗਈ, ਪੁਲਿਸ ਆ ਗਈ, ਮੀਡੀਆ ਆ ਗਿਆ, ਤੇ ਰੌਲਾ ਪੈ ਗਿਆ ਫਲਾਣੇ ਦੇ ਚੋਰੀ ਹੋ ਗਈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਤੈਨੂੰ 5 ਚੋਰ ਰੋਜ਼ ਲੁੱਟਣ ਦੇ, ਤੂੰ ਕਦੇ ਰੌਲਾ ਹੀ ਨਹੀਂ ਪਾਇਆ। ਕਦੇ ਆਇਆ ਗੁਰੂ ਗ੍ਰੰਥ ਸਾਹਿਬ ਕੋਲ ਸ਼ਿਕਾਇਤ ਕਰ? ਇਹਦੇ ਲਿਖਾਈ ਰਿਪੋਰਟ ਇੱਥੇ ਮਹਾਰਾਜ ਜੀ ਮੇਰਾ ਲਿਖ ਲਿਓ, ਕਿਉਂਕਿ ਇਹ ਚੋਰ ਪੰਜਾਬੀ ਪੁਲਿਸ ਨੇ ਨਹੀਂ ਫੜਨੇ, ਇਹ ਬਾਪੂ ਨੇ ਫੜਨੇ। ਇਹਦੇ ਰੋਜ਼ ਲੱਗੇ ਦਿਨੇ ਰਾਤ ਖੱਪੇ ਖੋਲੀ ਜਾਂਦੇ ਆ ਸਤਿਨਾਮ। तो बाबा नानक जी कहते 5 चोर आ जेड़े कईयां लैके ना ये सोहनी जी काया नूं दिन रात टक ला ला के वढ रहे हैं। दोहरा काम क्रोध अर लोभ पुन मोह बड़ी हंकार। ये चोरां दे नाम की है? पहले दा नाम काम है, बुढ़े बारे नहीं छड्डदा। दूजे दा नाम क्रोध है, तीजे दा नाम लोभ है, चौथे का नाम मोह है, ते पंजवें का नाम अहंकार है। इन सयो करते उम्मीद तापा संगत देखवार। इन्हां नाल यारी लाई है जो आपां नूं पता भी कोई होर जी गंदी ढिली मूवी लगी होवे ते मजाल है किते पासे। तो इस करके एक बाबू अखबार वेखे इंग्लिश की, मैं कहा बाबू बड़ा पढ़िया लिखिया, मैंने तो पढ़नी नहीं आती, तै पढ़ लेना। इन्ना पुत पढ़नी मैंने भी नहीं आती, मैं भी फोटो ही देख दिया। बीबियां नहीं होंदियां ना पिछले तीजे पन्ने दे साडे घरां च। एक सरकार का भी बेटा बैठा, वो जिन्ना ज्यादा कोई गुस्सा न करे मेरी मजबूरी, जिन्ने घट कपड़े कोई बीबी बंदा पाउंदा ना उन्ना ही ज्यादा उन्होंने सम्मान दिंदे। उन्होंने कदे सोचियो इस चीज, जिन्नी बॉडी नूं नंगा करदे ना उन्होंने उन्ना ही वड्डा ज्यादा
ਜਿੱਦਾਂ ਪਿੱਛੇ ਜੇ ਕੁੜੀਆਂ ਨੂੰ ਮਿਲਿਆ ਸੀ, ਉਹ ਸਾਡਾ ਉਹ ਜਿਹੜਾ ਬਾਬਾ ਰੰਗ ਰਾਜਾ ਉਹ ਬੜਾ ਕਹੇ ਇੰਨਾ ਕੁੜੀਆਂ ਨੇ ਗੋਇਆ ਸੁੱਟੀਆਂ ਥੋੜਾ ਮਰ ਜਾਣਾ, ਤੁਸੀਂ ਵੀ ਕਰੋੜਾਂ ਦੇ ਲੋਕ ਪਾਓ। ਮੇਰੀ ਭੈਣ ਸੀ ਤੇ ਮੈਂ ਵੀ ਕਹਿਣਾ ਕਿਸ਼ੋਰ ਹਾਲ ਵੱਡੇ ਨਾ ਲਿਆ ਕੋ ਸਭ ਸਾਡਾ ਗੁਰੂ ਸਾਹਿਬ ਸਾਡੀਆਂ ਧੀਆਂ ਭੈਣਾਂ ਬੰਦ ਘਟਾਲੇ ਖੋਪਰੀਆਂ ਲਵਾਲੀਆਂ ਚਰਚੀਆਂ ਤੇ ਚੜ ਕੇ ਮਾਰੇ ਕਹਿੰਦੇ ਕੇਸੀ ਇਸ਼ਨਾਨ ਕਰਕੇ ਵੀ ਨੰਗੇ ਸਿਰ ਨਹੀਂ ਕਰਨਾ, ਅੰਦਰ ਸਮਾਉਣੇ ਵਾਲ ਇਹ ਕਹਿੰਦਾ ਸਾਰੇ ਨੰਗੇ ਹੋ ਕੇ ਪੈਸੇ ਕਮਾਈ ਜਾਓ। ਇਸ ਕਰਕੇ ਸਾਧ ਸੰਗਤ ਇਹ ਕਲਯੁਗ ਹੈ। ਜੇ ਮੇਰੇ ਪਾਤਸ਼ਾਹ ਬਾਹਰ ਹੈ ਜੀ ਕਹਿੰਦੇ ਇਹ ਜਿਹੜਾ ਪੰਜ ਵੈਰੀ ਨੇ ਇਹਨਾਂ ਨਾਲ ਪਿਆਰ ਕਰਦਾ, ਇਹ ਸੱਚੀ ਹੈ। ਹੁਣ ਆਪਾਂ ਪਿਆਰ ਹੀ ਕਰਦੇ ਹਾਂ ਤਾਂ ਹੀ ਆਉਣ ਵਾਲੇ ਬੱਚੇ ਜਿਹੜੇ ਉਹ ਪੱਗ ਵਾਲੇ ਤੇ ਦਾੜੀ ਵਾਲੇ ਬੰਦੇ ਨੂੰ ਪਸੰਦ ਹੀ ਨਹੀਂ ਕਰਦੇ, ਜਿਨ੍ਹਾਂ ਨੂੰ ਇਤਿਹਾਸ ਨਹੀਂ ਨਾ ਪਤਾ ਜਾਂ ਗੁਰੂ ਕੋਲ ਬੈਠਦੇ ਨੇ ਉਹ ਕਹਿੰਦੇ ਇੰਨੀ ਗਰਮੀ ਏਡੀ ਪੱਗ ਬੱਜੀ, ਇਹ ਤੇ ਬਹੁਤ ਤਕੜਾ ਭਾਰ ਹੈ। ਬੀਬੀਆਂ ਵੀ ਕਹਿੰਦੀਆਂ ਐਡਾ ਐਡਾ ਲੰਮਾ ਦਾੜਾ। ਬਾਬੇ ਸ਼੍ਰੀ ਚੰਦ ਨੇ ਕਿਹਾ ਸੀ ਗੁਰੂ ਰਾਮਦਾਸ ਦਾ, ਕਹਿੰਦੇ ਬਾਪੂ ਤੇਰਾ ਦਾੜਾ ਬੜਾ ਤਕੜਾ, ਢੋਲੀ ਚ ਪੈਂਦਾ ਸੀ ਨਾ ਮਹਾਰਾਜ ਦਾ, ਉਹਨਾਂ ਉਹ ਤਾਂ ਰੰਗੀਆਂ ਰੂਹਾਂ ਸੀ, ਇਹਨੇ ਏਡਾ ਲੰਮਾ ਕਾਤੋਂ ਵਧਾਇਆ। ਜਦੋਂ ਗੁਰੂ ਰਾਮਦਾਸ ਜੀ ਕਹਿੰਦੇ ਤੁਹਾਡੇ ਵਰਗੇ ਤਪਸਵੀ ਮਹਾਂਪੁਰਖ ਸਾਧੂਆਂ ਦੇ ਚਰਨ ਝਾੜਨ ਲਈ ਵਧਾਇਆ। ਬਾਬਾ ਸ਼੍ਰੀ ਚੰਦ ਜੀ ਨੇ ਲੰਮੇ ਪੈ ਕੇ ਰਿਦੌਤ ਕੀਤੀ ਗੁਰੂ ਰਾਮਦਾਸ ਜੀ, ਕਹਿੰਦੇ ਪਾਤਸ਼ਾਹ ਤੁਹਾਡੀ ਇਸੇ ਨਿਮਰਤਾ ਨੇ ਗੁਰੂ ਨਾਨਕ ਦਾ ਤਖਤ ਲੈ ਲਿਆ। ਹੁਣ ਇੱਕ ਸਵਾਲ ਪੁੱਛਣਾ ਤੁਹਾਨੂੰ, 9 ਨਾਥ 52 ਵੀਰ 84 ਸਿੱਧ 1.25 ਲੱਖ ਪੈਗੰਬਰ 33 ਕਰੋੜ ਦੇਵੀ ਦੇਵਤਾ, ਇਹਨਾਂ ਚੋਂ ਕਿਹੜਾ ਹੈ ਜਿਹਦੇ ਕੇਸ ਕੱਟੇ? ਉੱਠ ਕੇ ਦੱਸ ਸਕਦਾ ਕੋਈ? ਅੱਜ ਤੋਂ ਬਾਅਦ ਤੁਹਾਨੂੰ ਕਥਾ ਨਹੀਂ ਸੁਣਾਉਂਦਾ। ਇਹ ਭਜਨ ਕੀਤਾ ਸੀ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਨੇ, ਜਦੋਂ ਗੱਲ ਚੱਲੀ ਸੀ ਵੀ ਹਿੰਦੂ ਪਹਿਲਾਂ ਆਏ ਕਿਸੇ ਇਮਾਮ ਪੁਰਖ ਕਹਿੰਦੇ ਉਹ ਫਿਰ ਭਲੇ ਹੋਏ। ਪੜ੍ਹ ਕੇ ਵੇਖੋ ਆਪੋ ਆਪਣੇ ਪੈਗੰਬਰਾਂ ਦਾ ਇਤਿਹਾਸ, ਜਿੰਨੇ ਵੀ ਮਹਾਂਪੁਰਖ ਜਪੀ ਤੱਕੀ ਹੋਏ ਇਹ ਸਾਧਾਰੀ ਹੈ। ਦੱਸੋ ਤੇ ਸਹੀ, ਜਿਹਦੇ ਰਾਮ ਨੂੰ ਮੰਨਣ ਵਾਲੇ ਦੇਖ ਲੋ ਰਾਮ ਜੀ ਦਾ ਪਿਤਾ ਜੁੜਾ, ਤੇ ਪੰਡਤ ਨੂੰ ਕਹਿੰਦੇ ਤੇਰੀ ਟਿੰਡ ਕਰਨ ਵੱਜੀ ਹੈ। ਕਹਿੰਦੇ ਕ੍ਰਿਸ਼ਨ ਨੂੰ ਮੰਨਣ ਵਾਲੇ ਵੇਖੋ ਕ੍ਰਿਸ਼ਨ ਦੇ ਜੁੜੇ ਚ ਮੋਰ ਦਾ ਖੰਭ ਹੈ, ਤੁਹਾਡਾ ਕਿੱਥੇ ਆ? ਸ਼ਿਵ ਜੀ ਨੂੰ ਲੋਕੀ ਪੂਜਦੇ ਆ ਸ਼ਿਵਲਿੰਗ, ਤੇ ਸ਼ਿਵ ਜੀ ਦੀਆਂ ਜਟਾਵਾਂ ਐਡੀਆਂ ਲੰਬੀਆਂ ਉਹਨਾਂ ਚ ਗੰਗਾ ਵਹਿੰਦੀ, ਤੇਰਾ ਕਿੱਥੇ ਆ? ਕੋਈ ਮਾਤਾ ਦੀ ਜੋਤ ਜਗਾਉਂਦਾ, ਮਾਤਾ ਦੇ ਕੇਸ ਕਿਹੜੇ ਕਿਹੜੇ ਲੰਮੇ ਤੇ ਆਪਾਂ ਕਦੋਂ ਘਟਾਏ ਆ? ਜਵਾਬ ਨਹੀਂ ਸੀ ਆਇਆ ਕਿਸੇ ਨੂੰ, ਇਹਦਾ ਜਵਾਬ ਨਹੀਂ ਹੈ। ਕਿਉਂਕਿ ਗੁਰਬਾਣੀ ਨੇ ਫੈਸਲਾ ਕੀਤਾ ਵੀ ਇਹ ਕੇਸ ਆ ਨਾ, ਇਹ ਰੱਬ ਦੀ ਮੋਹਰ ਹੈ, ਰੱਬ ਦੀ ਮੋਹਰ ਜੇ। ਤੇ ਗੁਰੂ ਗੋਬਿੰਦ ਸਿੰਘ ਬਾਪੂ ਕੋਈ ਨਿਆਣਾ ਨਹੀਂ ਸੀ ਜਿਹਨੇ ਆਪਣੇ ਪੁੱਤ ਖੋ ਕੇ ਸ਼ਹੀਦ ਕਰਾਏ, ਤੇ ਚੱਕਰ ਸਾਰਾ ਕਿਹੜਾ ਪਿਆ ਪੱਗ ਦਾ। ਫਤਿਹਗੜ੍ਹ ਜਾਂਦੇ ਹੋ ਨਾ, ਉੱਥੇ ਕੰਧ ਨੂੰ ਪੁੱਛਿਓ ਵੀ ਤੇਰੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਦੇ ਲਾਲ ਚਿਣੇ ਸੀ ਉਹ ਫਤਵਾ ਕਾਹਤੋਂ ਲੱਗਾ ਸੀ, ਚੱਕਰ ਕੀ ਸੀ? ਉਸ ਫਤਵੇ ਦੀਆਂ ਪਹਿਲੀਆਂ ਗੱਲਾਂ ਸੀ ਕਿ ਬੇਟਾ ਇਹ ਤੁਹਾਡੇ ਪਿਓ ਦਾ ਦਰਬਾਰ ਨਹੀਂ, ਇੱਥੇ ਫਤਿਹ ਨਹੀਂ ਬੁਲਾਉਣੀ, ਇੱਥੇ ਸਿਰ ਝੁਕਾਓ। ਉਹਨਾਂ ਨੇ ਨਹੀਂ ਸਿਰ ਝੁਕਾਇਆ, ਫਤਿਹ ਬੁਲਾਈ। ਅੱਜ ਸਾਡੇ ਘਰਾਂ 'ਚ ਫਤਿਹ ਹੋ ਗਈ, ਜਿੱਥੇ ਮਰਜ਼ੀ ਸਿਰ ਝੁਕਾ ਲਾ। ਨੰਬਰ 1। ਦੂਜਾ ਉਹ ਕਹਿੰਦੇ ਸੀ ਬੇਟਾ ਕਲਗੀ ਇੱਕੋ ਹੀ ਲਾ ਸਕਦਾ ਔਰੰਗਜ਼ੇਬ, ਤੇ ਤੁਸੀਂ ਸਾਰੇ ਸ਼ੂਦਰ ਜੇ ਛੋਟੇ ਜੇ, ਇਹ ਕਲਗੀ ਕਿਸੇ ਨੂੰ ਲੋੜ ਨਹੀਂ ਹੈਗੀ। ਤੇ ਬਾਬਾ ਫਤਿਹ ਸਿੰਘ ਕਹਿੰਦਾ ਮੇਰਾ ਬਾਪੂ ਗੁਰੂ ਗੋਬਿੰਦ ਸਿੰਘ ਹੈ, ਉਹਨੇ ਤਾਂ ਸਾਰੇ ਖਾਲਸੇ ਦੇ ਸਿਰ ਤੇ ਲਵਾਈਆਂ, ਜੇ ਲਾ ਸਕਦੇ ਤੇ ਲਾ ਲਓ। ਸਾਡਾ ਸੰਘਰਸ਼ ਕੋਈ ਅੱਜ ਨਵਾਂ ਨਹੀਂ। ਉਸੇ ਗੱਲ ਤੋਂ ਗੁੱਸੇ ਜਾ ਕੇ ਉਹਨੇ ਫਤਵਾ ਜਾਰੀ ਕਰਾਇਆ, ਕਹਿੰਦਾ ਜਿਹੜੇ ਸਿਰ ਦੇ ਉੱਤੇ ਪੱਗ ਤੇ ਕੇਸ ਤੇ ਕਲਗੀ ਹੈ, ਇਹਨਾਂ ਬੱਚਿਆਂ ਦਾ ਸਿਰ ਹੀ ਲਾ ਦਿਓ। ਛਾਤੀ ਤੇ ਬੈਠੇ ਸੀ ਸ਼ਾਸਨ ਵੇਗ ਤੇ ਬਾਸ਼ਲ ਵੇਗ, ਇਹ ਬੱਚਿਆਂ ਦੀਆਂ ਕਰਦ ਲੈ ਕੇ। ਹੁਣ ਆਪਣੇ ਆਪਣੇ ਬੱਚਿਆਂ ਵੱਲ ਵੇਖਿਓ, ਡਾਕਟਰ ਸੂਈ ਭਰ ਕੇ ਦੁੱਧ ਦਾ ਟੀਕਾ ਲਾਉਣ ਤੇ ਮਾਂ ਰੋਣ ਡਈ। ਡਾਕਟਰ ਕਹਿੰਦਾ ਮੁੰਡਾ ਤਾਂ ਸੰਧਿਆ ਤੈਂ ਕਿਉਂ ਰੋਂਦੀ ਹੈ? ਕਿੰਨੇ ਮੇਰਾ ਪੁੱਤ। ਇਹ ਕਥਾ ਕਿਉਂ ਮਹਾਰਾਜ ਦੇ ਗਏ? ਸਾਹਿਬਜ਼ਾਦਿਆਂ ਦੀ ਛਾਤੀ ਨੰਨੀ ਜੀ ਉੱਤੇ ਜਲਾਦ ਬਹਿ ਕੇ ਤੇ ਉਹਨਾਂ ਹੌਲੀ ਹੌਲੀ ਇੱਕ ਇੱਕੇ ਵਾਰੀ ਵੜਦੇ ਨਾ, ਕੋਈ ਜਿਵਾ ਕਰਦੇ ਆ, ਉਹਨਾਂ ਹੌਲੀ ਹੌਲੀ ਕਰਦ ਫੇਰ ਕੇ ਗੁਰੂ ਮਹਾਰਾਜ ਦੇ ਲਾਲਾਂ ਦਾ ਉਹ ਜਿਹੜਾ ਸਿਰ ਝੁਕਿਆ ਨਹੀਂ ਸੀ ਉਹਨੂੰ ਕੱਟ ਦਿੱਤਾ। ਕਿਤੇ ਜਾਇਓ ਫਤਿਹਗੜ੍ਹ, ਮੈਨੂੰ ਨਾ ਵੇਖਿਓ, ਜਾ ਕੇ ਉਸ ਕੰਧ ਨੂੰ ਪੁੱਛਿਓ ਜ਼ਰੂਰ, ਜਿਹੜੀ ਕੰਧ ਸਭ ਤੋਂ ਮਹਿੰਗੀ ਹੈ
ਜਿਹਦੀ ਕੀਮਤ ਹੈ 2 ਅਰਬ 50 ਕਰੋੜ ਰੁਪਈਆ। ਇਹ ਗੱਲਾਂ ਕਿਹਨੇ ਦੱਸੀਆਂ ਆਪਾਂ ਨੂੰ? ਰਾਗੀ ਸਿੰਘਾਂ ਨੇ, ਢਾਡੀ ਸਿੰਘਾਂ ਨੇ, ਕਥਾਵਾਚਕਾਂ ਨੇ, ਜਿਨ੍ਹਾਂ ਨੂੰ ਆਪਾਂ ਸੱਦਣਾ ਹੀ ਬੰਦ ਕਰੀ ਜਾਂਦੇ। ਆਪਾਂ ਕਿਹਦੇ ਨਹੀਂ ਕਿ ਕੱਲਾ ਸੁਖਮਨੀ ਸਾਹਿਬ ਬਾਅਦ ਚ ਮਾਈਆ ਲੋਕਾਂ ਸੱਦਣਾ, ਮਾਈਆ ਲਾ ਕੇ ਰਾਤ ਦੇ 1 ਵਜੇ ਤਾਈਂ ਜਾਗੋ ਚ ਭੋਰਾ ਨਹੀਂ ਥੱਕਦੇ ਕਿਤੇ। ਅਗਲੇ ਦਿਨ ਪੈਲਸ ਵੀ ਰੰਗਾ ਰੰਗ ਕੇ ਥੱਕਦੇ। ਜੇ ਕਿਤੇ ਬਾਬਾ 5 ਮਿੰਟ ਵੱਧ ਲਾ ਜੇ ਕਹਿੰਦੇ ਵੀ ਹਟਣ ਦਾ ਨਾਂ ਹੀ ਨਹੀਂ ਲੈਂਦੇ। ਸਤਿਨਾਮ। ਇਸ ਕਰਕੇ ਅੱਜ ਮੇਰੇ ਨਾਨਕ ਜੀ ਕਬਰਸਤਾਨ ਦੇ ਵਿੱਚ ਇਨਕਲਾਬ ਦੀ ਨੀਂਹ ਰੱਖਣ ਦੇ। ਮਹਾਰਾਜ ਸਾਹਿਬ ਜੀ ਕਹਿੰਦੇ ਪੰਡਤ ਜੀ 5 ਚੋਰਾਂ ਦੇ ਨਾਲ ਪਿਆਰ ਕਰਦਾ ਹੀ ਤੇ ਰੱਬ ਤੋਂ ਦੂਰ ਹੀ। ਪਹਿਲਾ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹਨਾਂ 5 ਨੂੰ ਘੁੱਟ ਕੇ ਜੱਫੀਆਂ ਪਾ ਕੇ ਮਿਲਦਾ ਬੰਦਾ। ਤੇ ਇਹਦੇ 5 ਹੀ ਬਰਾਬਰਤਾ ਤੇ ਖੜੋਤੇ ਹੈ। ਸਤ, ਸੰਤੋਖ, ਦਇਆ, ਧਰਮ ਤੇ ਧੀਰਜ। ਮੇਰੇ ਕੋਲ ਹੀ ਹੈਗੇ ਤੁਹਾਨੂੰ ਰੋਜ਼ ਭਜਨ ਸੁਣਾਉਣਾ ਹੈ। ਇਹ ਮਹਾਰਾਜ ਦੀ ਕਿਰਪਾ ਨਾਲ ਮਿਲਦੇ। ਸਤ, ਸੰਤੋਖ, ਦਇਆ, ਧਰਮ ਤੇ ਧੀਰਜ। ਇਹ 5 ਚੀਜ਼ਾਂ ਗਿਫਟੀ ਆ ਰੱਬ ਦਾ। ਔਰ ਹਰ ਕਿਸੇ ਕੋਲ ਨਹੀਂ, ਕੋਈ ਵਿਰਲੇ ਜਨ ਹੈਗੇ ਆ ਜਿਨ੍ਹਾਂ ਨੂੰ ਇਹ ਰੱਬ ਨੇ ਤੋਹਫੇ ਦਿੱਤੇ ਹਨ। ਚੌਪਈ ਲੂਟ ਹੈ ਮਿਲਕਰ ਇਸਕੀ ਨਗਰੀ, ਨੀਤ ਉਜਾਰੈ ਈਸ ਉਜਗਰੀ। ਮਾਰੇ ਕਹਿੰਦੇ ਪੰਡਤ ਜੀ ਇਹ 5 ਜਿਹੜੇ ਠੱਗ ਕਈਆਂ ਲੈ ਕੇ ਨਾ, ਇਹ ਰੱਬ ਦੀ ਨਿੱਜੀ ਦੀ ਨਗਰੀ, ਜਿਹਨੂੰ ਗੁਰਬਾਣੀ ਨੇ ਕਿਹਾ ਹਰਿਮੰਦਰ ਇਹੋ ਸਰੀਰ ਹੈ। ਹਰਿਮੰਦਰ ਇਹੋ ਸਰੀਰ ਹੈ। ਹਰ ਵਸੇ ਜਿਸਮਾਨ। ਹਰ ਨੇ ਕਿਹਾ ਆ ਜਿਹੜਾ ਤੇਰਾ ਸਰੀਰ ਆ ਹਰਿਮੰਦਰ ਆ, ਇੱਕ ਉਹ ਆ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਤੇ ਉਹ ਸਾਰਾ ਸੋਨੇ ਦਾ ਬਣਿਆ। ਤੇ ਵਿੱਚ ਉਹਦੇ ਕੀ ਹੁੰਦੇ ਆ? ਕੀਰਤਨ। ਮਹਾਰਾਜ ਕਹਿੰਦੇ ਆ ਵੀ ਮੰਦਰ ਹੈ, ਇਹਨੂੰ ਸੋਨੇ ਦਾ ਬਣਾ ਲਾ। ਸੋਨੇ ਦਾ ਕਿੱਦਾਂ ਬਣਾਉਣਾ ਹੈ? ਵੀ ਕੇਸਾਂ ਦੀ ਬੇਅਦਬੀ ਨਾ ਕਰ, ਪਰਵਟਿਆਂ ਦੀ ਬੇਅਦਬੀ ਨਾ ਕਰ, ਆਪਣੇ ਅੰਗਾਂ ਨੂੰ ਗਲਤ ਪਾਸੇ ਨਾ ਲਾ, ਹੱਥ ਜੋੜੇ, ਇਹਦੇ ਵਿੱਚ ਬਾਣੀ ਚਲਾ। ਹੁਣ ਆਪਾਂ ਕਹਿੰਦੇ ਆ ਹਰਿਮੰਦਰ ਇਹੋ, ਤੇ ਕਹਿੰਦੇ ਇਸ ਹਰਿਮੰਦਰ ਦੇ ਵਿੱਚ ਬਾਣੀ ਦੀ ਬਜਾਏ ਗੋਸ਼ਤ, ਹੀਮ, ਬੀੜੀਆਂ, ਪੀੜਾ, ਸ਼ਰਾਬ, ਇੰਨਾ ਕੁਝ ਪਾਈ ਜਾਣਾ ਇਹ ਗੁਰੂ ਦੀ ਬਾਣੀ ਵਿੱਚ। ਮਹਾਰਾਜ ਕਹਿੰਦੇ ਇਹ ਹਰਿਮੰਦਰ ਇਹੋ ਸਰੀਰ ਹੈ। ਇੱਥੇ ਵੀ ਇਹੋ ਕਥਾ ਚੱਲਣ ਦੀ। ਬਾਬਾ ਕਹਿੰਦਾ ਪੰਡਤ ਜੀ ਇਹ ਰੱਬ ਨੇ ਆ ਸੋਹਣੀ ਸਵੇਰੇ ਮੁਖਵਾਕ ਵੀ ਇਹੋ ਆਇਆ ਇਸ ਮੰਦਰ ਦੇ ਬਾਰੇ। ਹਰ ਜਪੇ ਹਰਿਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ। ਇਹ ਮਹਾਰਾਜ ਜੀ ਇਹ ਹੈਰਾਨੀ ਮੈਂ ਕਿ ਜਦੋਂ ਬੱਚਾ ਗੁਰੂ ਕੇ ਰਾਗੀ ਸਿੰਘ ਬੈਠੇ, ਇਹ ਖੇਡ ਬੜੀ ਨਿਰਾਲੀ ਜੇ। ਆ ਬੜੇ 5-6 ਦਿਨ ਹੋ ਗਏ ਮੈਂ ਵੇਖ ਰਿਹਾ ਵੀ ਜਿਹੜੀ ਕਥਾ ਸ਼ਾਮਾਂ ਨੂੰ ਚੱਲਣ ਦੀ ਮੁਖਵਾਕ ਸਵੇਰੇ ਉਹ ਆ ਰਹੇ ਲਗਾਤਾਰ ਇਦਾਂ ਵਰਤ ਰਿਹਾ ਹੈ। ਇਹ ਹਾਜ਼ਰ ਹਜ਼ੂਰ ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ। ਇਧਰ ਬਚਨ ਰਾਸ ਰਹੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਡਤ ਜੀ ਇਹ ਨਗਰੀ ਹਰਿਮੰਦਰ ਹੈ ਤੇ ਇਹਨੂੰ ਢਾਉਣ ਵਾਸਤੇ ਇਹਨਾਂ ਵਕਾਰਾਂ ਦੀਆਂ ਫੌਜਾਂ ਨੇ ਕਈ ਖੜੀ ਆ ਤੇ ਦਿਨੇ ਰਾਤ 1.5 ਟੱਪੇ ਤੇ ਟੱਪਾ ਮਾਰ ਕੇ ਤੇਰੀ ਕੀ ਦੇਵਰ ਕੀ ਤੇ ਇਹਨੂੰ ਲੁੱਟ ਰਹੇ ਹਨ। ਬਿਗੜਿਓ ਆਪਣਾ ਜਾਣਿਓ ਨਾਹੀ, ਮਿਲਿਓ ਰਹਿ ਪੁਨ ਪੁਨ ਤਿਨ ਮਾਹੀ। ਜੇ ਕੋਈ ਕਿਸੇ ਦੀ ਵਾਟ ਵੜਦੇ ਤੇ ਬੰਦਾ ਉਹਨੂੰ ਕਦੇ ਵੀ ਮਿਲਦਾ। ਮਾਰੇ ਕਹਿੰਦੇ ਪੰਡਤ ਜੀ ਇਹਨਾਂ ਨੇ ਛੱਡਿਆ ਕੁਝ ਨਹੀਂ, ਇਹਨਾਂ ਨੂੰ ਤਾਂ ਵੀ ਬੰਦਾ ਛੱਡਣ ਨਹੀਂ ਦਿਆ। ਇਹ ਨੁਕਸਾਨ ਇਹਨਾਂ ਕਰਨ ਦੇ, ਜਿਹੜੀ ਗੋਲੀ ਰੈਕਸ਼ਨ ਕਰਕੇ ਦੁਬਾਰਾ ਲੱਗ ਨਹੀਂ ਜਾਈਦਾ। ਮਾਰੇ ਕਹਿੰਦੇ ਇਹਨਾਂ ਤੇਰਾ ਇੰਨਾ ਨੁਕਸਾਨ ਕੀਤਾ ਤੇ ਪਰ ਫੇਰ ਵੀ ਇਹਨਾਂ ਨੂੰ ਛੱਡਦਾ ਨਹੀਂ। ਮਾਤ ਅਵਿਦਿਆ ਦੂਜੀ ਮਾਇਆ, ਇਸ ਜੀਵ ਦੋਇ ਪਿਤ ਜਨ ਜਾਇਆ। ਵਿਦਿਆ ਮਾਇਆ 2 ਮਾਵਾਂ ਨੇ, ਜੀਵ ਦੋਵੇਂ ਪਿਤਾ ਜਿਨ੍ਹਾਂ ਦੇ ਪੈਦਾ ਕੀਤੇ। ਤਵੈ ਕੋ ਜਨਿਓ ਕੁਟਲਤਾ ਕਾਰਨ, ਕੇ ਬਿਦ ਜਾਂ ਕੋ ਹੋਇ ਸਵਰਨ। ਜਿਹੜੀ ਕੁਟਲਤਾ ਹੈ ਤੇ ਵਿਦਿਆ ਹੈ, ਇਹ ਦੋਵੇਂ ਚੀਜ਼ਾਂ ਜਿਹੜੀਆਂ ਤੇਰੇ ਕੋਲ ਪੈਦਾ ਹੋ ਚੁੱਕੀਆਂ ਤੇ ਤੇਰਾ ਸਵਾਰ ਨਹੀਂ ਕੁਝ ਦੇਣਾ ਹੈਗਾ। ਵਿਦਿਆ ਮੈਨੇ ਬੇਸਮਝੀ, ਕੁਟਲਤਾ ਜਿਹੜਾ ਕੋਈ ਵੀ ਰੱਬ ਦੇ ਉੱਤੇ ਯਕੀਨ ਨਹੀਂ ਰਹੇਗਾ। ਇਹ ਦੋਵੇਂ ਚੀਜ਼ਾਂ ਜੋੜ ਕਰੀ ਜਾਂਦੀਆਂ। ਨਿਤਨੇਮ ਕਿਉਂ, ਗੁਰਦੁਆਰਾ ਕਿਉਂ, ਕਥਾ ਕਿਉਂ, ਅੰਮ੍ਰਿਤ ਵੇਲਾ ਕਿਉਂ, ਅੰਮ੍ਰਿਤ ਕਿਉਂ, ਕੜਾ ਕਿਉਂ, ਇਹਦੀ ਕਿਉਂ ਆਣਾ? ਇਹ ਬਹੁਤ ਵੱਡਾ ਘਾਟਾ ਪਾ ਗਈ। ਇਹ ਸਾਡੇ ਵਿੱਚ ਪੈਦਾ ਕੀਤੀ ਗਈ ਹੈ। ਕਰ ਵਿਚਾਰ ਸਿਖਵਨ ਮਨ ਦੀ ਮੁਝ ਦੀਜੈ, ਭਉ ਪੰਡਿਤ ਪ੍ਰਾਪਤ ਪ੍ਰਭ ਕੀਜੈ। ਕਹਿੰਦੇ ਪੰਡਤ ਜੀ ਤੁਸੀਂ ਤਾਂ ਬੋਲਦੇ ਨਹੀਂ, ਸੁਣਾਓ ਕੋਈ ਗੱਲਬਾਤ। ਤੁਸੀਂ
विद्वान हो पर पंडित कितों बोले जिसके सामने रब बैठा है। ए विद बद कर करना सदना मस्त करी पुन पंकज बदना। उस वेले महाराज साहब भजन करके ते चुप हो गए, मुख चुप हो गया, कुछ नहीं बोलते। दोहरा मुला बोले सुनत बच अस विचार जे तोए। देखो सकते पूरा एक घंटा कथा हुई इस शब्द ते बसंत हंडोल महला पहला। राजा बालक नगरी काची दुष्टा नाल प्यारो, दोए माई दोए बापा पढ़िए पंडित करो विचारो। स्वामी पंडिता तुम दे मती किन बिन पावो प्राणपति। पूरे 60 मिनट कथा होगी। हुण की होया उस कथा दा अर्थ मारे दे सौरा साहब सुन लई सारी ते की कहंदे हन। मूला बोलियो सुनत बच अस विचार जे तोहे। ये कथा सुन के ते साडे लिए है ते मारे दे सौरा साहब जी फिर गुस्से जाके ते महाराज नु कुछ कहन लगे। तो बिया करवाई क्यों तै दुख दीनो मोहे। कहंदे जे तेनो इन्ना ज्ञान सी, तेनो इन्नी तगड़ी मत सी ते मेरी धी दा तो बर्बाद कीती। ओदी सूई उत्थे ही है। कहने मेरी धी का विआह क्यों कराया जे तेन एहो जिहियां गल्लां अज करनियां सी ते पहले ही कर लेना। ਇਹਦਾ ਮਤਲਬ ਹੈ ਕਿ ਅੱਜ ਵੀ ਗਿਲੇ ਸ਼ਿਕਵੇ ਜਾਇਜ਼ ਨੇ, ਕਿਉਂਕਿ ਰੱਬ ਦੀ ਸਿਫਤ ਨੂੰ ਸਮਝਣਾ ਬਿਰਲਿਆਂ ਦਾ ਕੰਮ ਹੈ। ਕਈ ਵਾਰੀ ਹੁੰਦਾ ਨਾ ਕਿ ਸਾਰੀ ਕਹਿੰਦੇ ਉਸ ਕਹਾਵਤ ਨਹੀਂ ਵੀ ਕਥਾ ਪੂਰੀ ਹੋ ਗਈ ਰਮਾਇਣ ਦੀ ਤੇ ਜਿਹੜਾ ਸੁਣਦਾ ਸੀ ਤੇ ਉਹ ਜਦੋਂ ਸਮਾਪਤੀ ਤੇ ਕਹਿੰਦਾ ਸੀਤਾ ਰਾਮ ਦੀ ਭੈਣ ਸੀ। ਉਹੀ ਗੱਲ ਸਾਡੇ ਨਾਲ ਵੀ ਅਸੀਂ ਕੀਰਤਨ ਕਥਾ ਰਾਗੀ ਕਿੰਨੇ ਸੁਣ ਲਏ ਤੇ ਜਦੋਂ ਫਿਰ ਮਹਾਰਾਜ ਦੇ ਪਿਆਰ ਦੀ ਗੱਲ ਆਉਂਦੀ ਹੈ ਤੇ ਫਿਰ ਅਸੀਂ ਕਿੰਨੇ ਚੇਤਾ ਭੁੱਲ ਗਿਆ। ਉਹ ਬਾਬਾ ਸੁੰਦਰਾ ਜੀ ਦੀ ਸਾਖੀ ਆਉਂਦੀ ਨਾ, ਉਹ ਤਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਪਾਲਿਆ। ਉਹ ਤਾਂ ਰਾਗੀ ਲੱਗੇ ਇੱਕ ਦਿਨ ਤੇ ਕਥਾ ਵਾਲਾ ਤੇ ਉਹ ਆ ਕੇ ਕਹਿੰਦਾ ਸੰਗਤ ਵਿੱਚ ਜਾ ਕੇ ਕਹਿੰਦਾ ਦੁਰ ਖੜੇ ਮੂੰਹ ਕਰਨ ਵਾਲਿਆਂ ਦਾ ਤੇ ਸੁਣਨ ਵਾਲਿਆਂ ਦਾ ਕਹਿ ਕੇ ਭੱਜ ਗਿਆ। ਉਹਨੂੰ ਮਹਾਰਾਜ ਬੜੇ ਦਿਨ ਲੱਭਦੇ ਰਹੀ ਸੰਗਤ ਤੇ ਇੱਕ ਦਿਨ ਫਿਰ ਮਹਾਰਾਜ ਨੂੰ ਪਿਆਰ ਬੜਾ ਕਰਦਾ ਸੀ। एक दिन उन्होंने जी किया दर्शन करने लिखा इतिहास भी प्रेमी आटा लेके आया वा जिदा अज संगतां ने गुरु महाराज ने सभावां लुटियां यानी भोजा सिंह का परिवार बिरक साहब जी सारा परिवार की भावना को अपनी दसवंध की माया साल बाद वो बापू ने आटा तोड़े का लिया। तुसीं भी करया करो भाई, क्योंकि घरदियां दा जिन्ना मर्जी करी जाओ जिस दिन संस्कार होया तो पंजी नहीं दरगाह च मिलना। वो दरगाह च एहो मिलना जिहड़ा पुन्न दान जो बीज दे सब धर्म रायक है। जाई ये जिहड़ा इत्थे गुरु घर संगत विच प्रकाश हो जाया करो ते घरदियां दा जिन्ना मर्जी बनाई जाओ इदां ते लोई दे के तोरना जी ते मारे सच्चे पातशाह करते बैठे ते ये बापू किन्ना पुत्तरे आई आटा लंगर च खड़ना किन्ना बापू मेरा बैठ ਮੈਨੂੰ ਤੇ ਲੱਭਦਾ ਹੈ ਪ੍ਰਾਣੀ। ਫੇਰ ਉਹਨੂੰ ਕਹਿੰਦਾ ਪੁੱਤ ਮੈਂ ਬਜ਼ੁਰਗਾਂ ਤੇ ਆਟਾ ਚੱਕਿਆ ਨਹੀਂ ਜਾਂਦਾ। ਕਹਿੰਦੇ ਇਹਨੇ ਕੀ ਕੀਤਾ, ਬੋਰੇ ਦਾ ਮੂੰਹ ਖੋਲਿਆ, 2 ਗੁੱਕ ਭਰ ਕੇ ਸਿਰ 'ਚ ਪਾ ਲਏ, 2 ਦਾੜੇ ਤੇ ਮੂੰਹ 'ਚ ਸਾਰਾ ਆਟਾ ਮਲ ਲਿਆ ਤੇ ਬੋਰਾ ਚੁੱਕ ਲਿਆ। ਮੈਨੂੰ ਕੋਈ ਪਛਾਣੇ ਨਾ। ਜਿਹਨੂੰ ਲੋਹ ਤੇ ਰੱਖ ਕੇ ਮੁੜਨ ਲੱਗਾ ਸਿੱਖਾਂ ਨੇ ਪਿੱਛੋਂ ਫੜ ਲਿਆ। ਇਹ ਤੁੰਗਲੇ ਬੜੇ ਮਾਰ ਦਾ ਦਰਬਾਰ ਲੱਗਾ ਲੈ ਆਏ। ਬਾਦਸ਼ਾਹ ਕਹਿੰਦੇ ਇਹ ਕੌਣ ਹੈ? ਇਹਦੇ ਉਹੀ ਹੈ ਜਿਹੜਾ ਕਹਿ ਕੇ ਗਿਆ ਸੀ ਦੁਰ ਪੜੇ ਮੂੰਹ ਕਥਾ ਕਰਨ ਵਾਲੇ ਦਾ ਸੁਣਨ ਵਾਲਿਆਂ ਮਾਰੇ। ਕਹਿੰਦੇ ਪੁੱਤ ਇਦਾਂ ਕਹੀਦਾ ਸੰਗਤ ਨੂੰ, ਇਹ ਪਵਿੱਤਰ ਚੀਜ਼ਾਂ ਨੇ ਗੁਰੂ ਸਾਹਿਬ ਦੀਆਂ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀਆਂ ਨਜ਼ਰਾਂ 'ਚ ਪਵਿੱਤਰ ਹੈ ਤੇ ਟਾਈਮ ਪਾਸ ਹੀ ਹੈ ਸਾਰੇ। ਉਹ ਕਹਿੰਦੇ ਉਹ ਕਿਉਂ? ਇਹਦਾ ਪੁੱਛੋ ਕਥਾ ਵਾਲੇ ਨੂੰ ਵੀ ਉਹ ਕਿਹੜੇ ਸ਼ਬਦ ਦੀ ਕਥਾ ਸੀ। ਮੈਂ ਸਾਥ ਲਿਆ ਮੇਰੇ ਕੀ ਮਾਰੇ ਕਹਿੰਦੇ ਪੁੱਤ ਕੀ ਸੁਣਾਉਣਾ, ਕਹਿੰਦੇ ਚੇਤਾ ਭੁੱਲ ਗਿਆ। ਸੰਗਤ ਸੱਦੀ ਸਾਰੀ ਕਹਿੰਦੇ ਉਹ ਕਿਹੜੀ ਕਥਾ ਹੁੰਦੀ ਜਿੰਨੇ ਨੇ ਇਦਾਂ ਕਿਹਾ। ਸਾਰੇ ਕਹਿੰਦੇ ਜੀ ਚੇਤਾ ਭੁੱਲ ਗਿਆ। ਕਹਿੰਦਾ ਮਾਰੇ ਵੇਖ ਲਓ ਫਿਰ ਮੈਂ ਸਹੀ ਕਿਹਾ ਨਾ, ਦੁਰਪੜੇ ਮੂੰਹ ਕਰਨ ਵਾਲੇ ਦੁਰਪੜੇ ਮੂੰਹ ਮਾਰੇ। ਕਹਿੰਦੇ ਬ੍ਰਹਮ ਗਿਆਨੀ ਭਾਵੇਂ ਹਾਸੇ ਵਿੱਚ ਗੱਲ ਸੀ ਵੀ ਸੁਣਿਆ ਮੰਨਿਆ ਮਨ ਕੀਤਾ ਭਾਵ। ਅੱਜ ਅਸੀਂ ਸੁਣ ਲੈਂਦੇ ਹਾਂ ਵੱਖੋ ਵੱਖਰਾ ਰਾਸ, ਮੰਨਿਆ ਵੀ ਕਰੀਏ। ਜੋ ਮਾਰੇ ਕਹਿ ਦੇਣਾ ਤੇ ਪਹਿਰਾ ਵੀ ਜਾ ਕਰੀਏ ਕਿ ਅੱਜ ਅਸੀਂ ਕਥਾ ਸੁਣੀ ਹੈ। मैं आज ਤੋਂ ਬਾਅਦ कोशिश करूंगा भी अपने केस नहीं बनाऊंगा। हाँ जी मैं कोशिश करूंगा। चल जी के बारी नहीं कहते हौली हौली परना बनना शुरू कर दो। साल को परना बन लियो, फिर साल बाद रख लियो कले केस या 2 साल दाड़ा हौली हौली, क्योंकि मेरे पता मजबूरी बन गई है साड़ी। मैं कला तुसीं मेरे आखे लग के आपके घर पुरना बर्बाद कर दिता। मेरी तो ड्यूटी गुस्सा नहीं सच है।
ਇੱਥੇ ਇੱਕ ਸਿੰਘ ਦਾ 2 ਸਾਲ ਪਹਿਲਾਂ ਕਥਾ 'ਚ ਉਹਨੂੰ ਜੋਸ਼ ਆ ਗਿਆ। ਉਹ ਜਦੋਂ ਮੈਂ ਇੱਦਾਂ ਕਿਹਾ ਨਾ ਵੀ ਕੇਸ ਕਿਹਨੇ ਰੱਖਣੇ, ਜਕਾਰਾ ਛੱਡਦਾ, ਕਿਉਂਕਿ ਜਿੱਦਾਂ ਪਹਿਰਾ ਬਣਿਆ ਹੁੰਦਾ ਤੇ ਉਦੋਂ ਜੋਸ਼ ਜਿਹਾ ਆ ਜਾਂਦਾ ਤੇ ਬਾਬਾ ਦਾੜਾ ਹੋ ਗਿਆ। ਤੇ ਉਹ ਬਾਅਦ 'ਚ ਇੱਕ ਦਿਨ ਉਹਨੇ ਤਾਂ ਮੂੰਹ ਜਿਹਾ ਢੱਕਿਆ ਤੇ ਮੈਂ ਕਿਹਾ ਵੀ ਕੀ ਗੱਲ ਤੂੰ ਬੀਬੀ ਹੈ ਤੇ ਘੁੱਟ ਕੱਢਿਆ ਥੱਲੇ ਕਰ ਪਰਨਾ। ਜਦੋਂ ਮੈਂ ਵੇਖਿਆ ਤਾਂ ਸੇਵ ਕਰਾਈ, ਮੈਂ ਕਿਹਾ ਇਹ ਰੋ ਗਿਆ। ਮੈਂ ਕਿਹਾ ਸੰਗਤ ਵਿੱਚ ਜਕਾਰਾ ਛੱਡਿਆ ਤੂੰ ਮਾਰੇ ਦੀ ਸਹੁੰ ਹੁੰਦੀ ਹੈ। ਕਹਿੰਦਾ ਬਾਬਾ ਜੀ ਮੈਨੂੰ ਦੱਸੋ ਵੀ ਅੱਗੇ ਕਹਿੰਦਾ 100 ਮੰਗਿਆ ਨਾਲ ਮੇਰਾ ਰਿਸ਼ਤਾ ਹੋਇਆ, ਸੱਚ ਦੱਸਿਆ ਤੇ ਕਰੀਏ ਕੀ ਹੁਣ, ਕਿਉਂਕਿ ਸਾਰਾ ਸਿਸਟਮ ਹੀ ਡਾਊਨ ਹੋ ਗਿਆ। ਇੱਥੇ ਦੇ ਬਹਿੰਦਾ ਕੋਈ ਕਰਮ ਵਾਲਾ, ਜਿੱਥੇ ਗੰਦਗੀ ਉਹ ਕਥਾ ਵੀ ਉਹ ਚਲੀ ਉੱਥੇ ਜ਼ਿਆਦਾ ਚਿਰ ਬਹਿੰਦੇ ਆ। ਹੁਣ ਕਲਾਕਾਰਾਂ ਨੂੰ 7 ਲੱਖ ਦੀ ਸਾਦੇ ਉਹਨਾਂ ਨੂੰ ਸੁਣਦੇ ਕਿ ਉਹਨਾਂ ਨੇ ਵਾਲੀਆਂ ਪਵਾ ਦਿੱਤੀਆਂ, ਧੀਆਂ ਭੈਣਾਂ ਸਭ ਬੁਰਾ ਹਾਲ ਕਰਤਾ। ਉਹਨੇ ਕੀਤਾ ਕਸੂਰਵਾਰ ਹੋਈ ਤੇ ਆਪਾਂ ਵੀ, ਕਿਉਂਕਿ ਜੇ ਆਪਾਂ ਚੰਗੀ ਚੀਜ਼ ਕਰੀਏ ਚੰਗੀ ਸਿੱਖਿਆ ਮਿਲੇ, ਉਹ ਤਾਂ ਉੱਧਰ ਕੋਈ ਆਉਂਦਾ ਨਹੀਂ। ਹੁਣ ਤੇ ਗੁਰੂ ਪਾਤਸ਼ਾਹ ਮਹਾਰਾਜ ਦੀਨਾ ਬੰਧੂ ਸਤਿਗੁਰੂ ਕਿਰਪਾ ਦਇਆ ਕਰਨ। ਉਹ ਵੀਰ ਕਹਿੰਦਾ ਵੀ ਮੇਰੀ ਘਰ ਵਾਲੀ ਨੇ ਕਿਹਾ ਵੀ ਜਾਂ ਤਾਂ ਦਾੜੀ ਕਟਾ ਦੇ ਨਹੀਂ ਤੇ ਮੇਰੇ ਨਾਲ ਤਲਾਕ। ਸੱਚ ਦੱਸਿਆ ਨਹੀਂ ਸੀ। ਮੈਂ ਕਿਹਾ ਵਾਹ ਮਹਾਰਾਜ ਤੂੰ ਹੀ ਰੱਖ। ਸਿੱਖਾਂ ਦੇ ਬੱਚੇ ਹੁਣ ਆਹ ਗੱਲਾਂ ਕਹਿਣ ਲੱਗ ਪਏ 100% ਸੱਚ ਹੈ। ਇਹਦਾ ਜ਼ਿੰਮੇਵਾਰ ਕੌਣ ਹੈ? ਮੋਬਾਈਲ ਅੱਜ ਆਪੋ ਜੋ ਜਿੰਨਾ ਗੰਦ ਸੁਣੀ ਜਾਂਦੇ ਉਧਰ ਨੂੰ ਤੁਰੇ ਜਾਂਦੇ। ਤੇ ਜੇ ਇਤਿਹਾਸ ਸੁਣਾਂਗੇ ਤੇ ਮੇਰੇ ਖਿਆਲ ਨਹੀਂ ਵੀ ਏਦਾਂ ਦੀ ਆਵਾਜ਼ ਸਾਡੇ ਘਰ ਕਿਉਂ ਆਵੇ ਵੀ ਮੈਨੂੰ ਇਹ ਬੰਦਾ ਪਸੰਦ ਨਹੀਂ ਆ, ਕਿਉਂਕਿ ਸਾਡਾ ਇਤਿਹਾਸ ਬਹੁਤ ਵੱਡਾ। ਹੁਣ ਤਾਂ ਗੋਰੇ ਵੀ ਜਿਹੜੇ ਲੋਕ ਬਿਲਕੁਲ ਹੀ ਦਸਤਾਰ ਦੇ ਬਾਰੇ ਨਹੀਂ ਸੀ ਜਾਣਦੇ, ਇਸ ਵੇਲੇ ਪੂਰੇ ਵਰਲਡ ਵਿੱਚ 50 ਲੱਖ ਗੋਰੀ ਤੇ ਗੋਰੇ ਨੇ ਅੰਮ੍ਰਿਤ ਛਕਿਆ। ਉਹ ਲੋਕ ਜਿਨ੍ਹਾਂ ਨੂੰ ਪਤਾ ਵੀ ਨਹੀਂ ਸੀ ਵੀ ਕੇਸ ਕੀ ਹੁੰਦੇ ਆ, ਉਹ ਤਾਂ ਕੱਪੜੇ ਨਹੀਂ ਭਾਰੇ ਪਾਉਂਦੇ, ਸਿਰਫ ਬਲੈਕ ਪ੍ਰੈਸ਼ਰ ਕਿਉਂਕਿ ਨਾ ਕੋਈ ਸੋਨਾ ਚਾਂਦੀ, ਬਹੁਤ ਸਾਦੇ ਜਿਹੇ ਲੋਕ ਹੈ, ਸਲਿਮ ਜਿਹੇ। ਪਰ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਗ੍ਰੰਥ ਸਾਹਿਬ ਕੀ ਹੈ, ਇਹ ਕਥਾ ਕੀ ਹੈ। ਉਹਨਾਂ ਨੇ ਸੋਨੇ ਦੇ ਪਲੰਘੇ ਤੇ ਮਹਾਰਾਜ ਦਾ ਪ੍ਰਕਾਸ਼ ਕਰਤਾ, ਚੋਲੇ ਲੰਮੇ ਪਾਲੀ ਉਤੋਂ ਦੀ ਸ੍ਰੀ ਸਾਹਿਬਾਂ ਰੋਟੀ ਖਾਣ ਲੱਗੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਪਿਆਰੇ ਬੋਲ ਚਾਲ ਮਾਫ ਕਰਿਓ, ਕਿਉਂਕਿ ਸਾਡਾ ਇਤਿਹਾਸ ਕੋਈ ਬਸਾਨਾ। ਹੁਣ ਆਪਾਂ ਗੁਰੂ ਅਰਜਨ ਸਾਹਿਬ ਦੇ ਘਰ ਬੈਠੇ ਜੀ, ਜਦੋਂ ਮਹਾਰਾਜ ਦੀ ਸ਼ਹੀਦੀ ਹੋਈ ਸੀ 2 ਸ਼ਰਤਾਂ ਸੀ ਉਹਨਾਂ ਦੀਆਂ, ਆਪ ਪੜ੍ਹ ਲਿਓ ਕਿਤਾਬ ਲੈ ਕੇ। ਉਹ ਸ਼ਰਤਾਂ ਕਿਹੜੀਆਂ ਸੀ? ਪਹਿਲੀ ਸ਼ਰਤ ਸੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੀ ਬਾਣੀ ਲਿਖ ਦਿਓ, ਮਾਰੇ ਕਿਤੇ ਤੇ ਬਿਲਕੁਲ ਨਹੀਂ। ਦੂਜੀ ਸ਼ਰਤ ਜਹਾਂਗੀਰ ਦੀ ਸੀ ਵੀ ਬਾਬਾ ਆਪਣਾ ਪਰਨਾ ਲਾ ਦੇ, ਤੇ ਮੁੱਛਾਂ ਤੇ ਕੇਸ ਕਟਾ ਦੇ, ਦਾੜਾ ਰੱਖ ਲਾ ਤੇ 3 ਵਾਰੀ ਕਹਿ ਦੇ ਇਸਲਾਮ ਕਬੂਲ ਕਬੂਲ ਕਬੂਲ। ਇਹ ਉੱਥੇ ਲਿਖਿਆ ਹੈ। ਤੇ ਮਹਾਰਾਜ ਸਾਹਿਬ ਕਹਿੰਦੇ ਇਹ ਪੱਗ ਨਹੀਂ ਲੈਣੀ, ਇਹ ਕੇਸ ਨਹੀਂ ਲੈਣੇ। ਤੇ ਉਹ ਗੁੱਸਾ ਚੜਿਆ, ਕਹਿੰਦਾ ਤੱਤਾ ਰਤਾ ਕਰਕੇ ਲਿਆਓ, ਸਿਰ 'ਚ ਪਾਓ ਇਹਦੇ। ਬਾਪੂ ਦੇ ਬਾਰੇ ਆਖਿਆ, ਇਤਿਹਾਸ ਹੈ। ਇਹਦੇ ਰੇਤਾ ਇੰਨੀ ਗਰਮ ਕਰੋ ਵੀ ਸਿਰ ਦੀ ਦਸਤਾਰ ਲਾ ਕੇ ਸਿਰ 'ਚ ਪਾਓ। ਇਹ ਕਹਿੰਦਾ ਮੈਂ ਕੇਸ ਨਹੀਂ ਲਾਉਣੇ, ਮੈਂ ਇੰਨਾ ਕੁ ਤੱਤਾ ਰੇਤਾ ਪਾਉਣਾ ਵੀ ਇਹਦਾ ਸਿਰ ਸੜ ਗਿਆ। ਇਹ ਸਾਡੇ ਗੁਰੂ ਦਾ ਇਤਿਹਾਸ ਹੈ। ਕਈ ਗੁੱਸਾ ਕਰ ਲੈਂਦੇ ਬਾਬਾ ਜੀ ਨੇ ਸਾਨੂੰ ਪੈਦਾ ਨਾ ਹੋ ਪਿਆਰੇ, ਇਹ ਕੌੜਾ ਜ਼ਰੂਰ ਲੱਗਣਾ, ਕਿਉਂਕਿ ਡਾਕਟਰ ਜਦੋਂ ਸਿਰਿੰਜ ਭਰ ਕੇ ਲਾਉਂਦਾ ਨਾ ਉਹ ਸਾੜ ਜਿਹਾ ਪੈਂਦਾ ਜਾਂਦਾ, ਮੁੜ ਕੇ ਬਾਅਦ ਚ ਕਹਿੰਦੇ ਰਾਮ ਆ ਗਿਆ। ਇਹ ਸਾਡਾ ਇਤਿਹਾਸ, ਇਸ ਕਰਕੇ ਸਾਧ ਸੰਗਤ ਤਗੜੇ ਹੋ। ਮਾਰੇ ਸੱਚੇ ਪਾਤਸ਼ਾਹ ਦੁਨੀਆਂ ਤੇ ਲੈ ਗਏ ਪਰ ਆਪਣਾ ਧਰਮ ਨਹੀਂ ਛੱਡਿਆ। ਇਹ ਆਪਾਂ ਛੱਡੀ ਜਾਂਦੇ ਜੇ ਗਾਂ ਬੱਚਿਆਂ ਨੂੰ ਪਤਾ ਹੀ ਨਹੀਂ ਰਹਿਣਾ ਵੀ ਕੀ ਹੁੰਦਾ ਸੀ। ਇਹ ਥੋੜਾ ਬਹੁਤ ਜੋੜ ਤੁਸੀਂ ਵੀ ਲਾ ਲਿਆ ਕਰੋ। ਗੁਰੂ ਪਾਤਸ਼ਾਹ ਮਹਾਰਾਜ ਦਇਆ ਰਹਿਮਤ ਕਰਨ, ਤੁਹਾਡਾ ਪਿਆਰ ਇੱਥੋਂ ਤੱਕ ਲੈ ਆਇਆ ਹੈ। 20 ਸਾਲਾਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੰਪੂਰਨ ਹੋ ਰਹੀ ਵਿਸਾਖੀ ਦੇ ਨੇੜੇ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ
ਹਾਜ਼ਰੀਆਂ ਭਰਨੀਆਂ ਨੇ। ਜੋ ਲੰਗਰਾਂ ਦੀ ਸੇਵਾ ਭਾਈ ਬਲਵੰਤ ਸਿੰਘ ਨੂੰ ਦਿੱਤੀ ਗਈ ਹੈ, ਇਹਨਾਂ ਦੇ ਜਿੰਨੇ ਸਿੰਘ ਹੈ ਇਹਨਾਂ ਨੂੰ ਇਹ ਜ਼ਿੰਮੇਵਾਰੀ ਹੈ। ਤੇ ਸ਼ਬੀਲ ਦੀ ਸੇਵਾ ਸਾਡੇ ਸੈਕਟਰੀ ਸਾਹਿਬ ਜੀ ਹੋਰਾਂ ਨੂੰ ਦਿੱਤੀ ਹੈ। ਦਰਬਾਰ ਦੀਆਂ ਜੋ ਕਰੀਆਂ ਨੇ ਇਸੇ ਤਰ੍ਹਾਂ ਜੋ ਜਿੰਨੀ ਜੋਗੀ ਸੰਗਤ ਸੇਵਾ ਕਰੋ ਜੀ। ਵਾਹਿਗੁਰੂ ਜੀ ਕਾ